उस कमरा ਜਦੋਂ ਖੋਲ੍ਹਿਆ ਬੰਦ ਸੀਗਾ ਬਿਲਕੁਲ, ਕਮਰੇ ਦੇ ਵਿੱਚ ਕੋਈ ਖਿੜਕੀਆਂ ਸਭ ਕੁਝ ਬੰਦ ਸੀ। ਤੇ ਮੈਂ ਅੰਦਰ ਵੜ ਕੇ ਸਤਿ ਸ਼੍ਰੀ ਅਕਾਲ ਬੁਲਾਈ ਤੇ ਹੌਲੀ ਹੌਲੀ ਜਦੋਂ ਦੇਖਿਆ ਤੇ ਮੈਨੂੰ ਪ੍ਰਧਾਨ ਥੋੜਾ ਜੀ ਨਜ਼ਰ ਆਏ ਤੇ ਸੰਤ ਲੌਂਗੋਵਾਲ ਜੀ ਨਜ਼ਰ ਆਏ ਤੇ ਹੋਰ ਕੁਝ ਸੱਜਣ, ਤੋਂ ਸਾਰੇ ਉੱਠ ਕੇ ਖਲੋ ਗਏ। ਮੈਂ ਉਹਨਾਂ ਨੂੰ ਫਤਿਹ ਬੁਲਾਈ ਤੇ ਮੈਂ ਕਿਹਾ ਜੀ ਮੈਂ ਤੁਹਾਨੂੰ ਲੈਣ ਆਇਆ ਤੇ ਤੁਸੀਂ ਮੇਰੇ ਨਾਲ ਮਿਹਰਬਾਨੀ ਕਰਕੇ ਮੇਰੇ ਨਾਲ ਚੱਲੋ। तो उठ के खड़े हो गए। उन्होंने कोई ना नुक्कर नहीं की, कोई कुछ नहीं किया। पर ये नहीं कि उन्होंने कोई जख्म होवे या कोई सट वजी होवे या कोई खून वगदा हो, ऐसी कोई गल नहीं। जदों सरां दे विचों फिर लंघ रहे सी बाहर निकलण वास्ते ते उत्थे काफ़ी लाशां पईयां सी। किसी दा लत्त टुटी, कोई मरिया, कोई मर रहा, किसी दा खून वग रहा, कोई पानी मंग रहा, कोई कुछ। काफ़ी बुरी हालत सी पूरे सरां दे बेड़े दे विच, काफ़ी बुरी हालत। वो दरवाज़ा खोल के खड़ा सी, वो भी सिख मुंडा सी, सिख आदमी सी ते वो खड़ा सी ते मैं तौड़ा साहब नूं कहा, मैं कहा जी बाबा जी अंदर वड़ जाओ। ते वो मैनूं कहण लगे कि ठा करना तो इत्थे ही कर दिओ, कित्थे ले जाके ठा करना है। तो मैं कहा मैं भी गुरु दा सिख हाँ ते मैं इहो जिहा काम नहीं सोचिया, ना फौज करदी इहो जिहा काम। ਤੇ ਤੁਸੀਂ ਯਕੀਨ ਕਰੋ, ਤੁਸੀਂ ਅੰਦਰ ਵੜ ਜਾਓ, ਤੁਹਾਨੂੰ ਬਹੁਤ ਸੇਫ ਮਹਿਫੂਜ਼ ਜਗ੍ਹਾ ਤੇ ਲੈ ਕੇ ਜਾਵਾਂਗੇ। ਹੁਣ ਤੁਸੀਂ ਪੁੱਛੋਗੇ ਕਿ ਬਾਕੀ ਕੌਣ ਸੀ? ਤੌੜਾ ਸਾਹਿਬ ਤੇ ਲੌਂਗੋਵਾਲ ਸੰਤ ਜੀ ਤੋਂ ਇਲਾਵਾ ਬੀਬੀ ਅਮਰਜੀਤ ਕੌਰ, ਬਲਵੰਤ ਸਿੰਘ ਰਾਮੂਵਾਲੀਆ, ਭਾਨ ਸਿੰਘ, ਅਵਿਨਾਸ਼ੀ ਸਿੰਘ ਤੇ ਦਰਸ਼ਨ ਸਿੰਘ ਈਸਾਪੁਰ ਤੇ ਦੋ गढ़वई थी, संत जी का एक गढ़वई तो एक प्रधान जी का। तो ये सारे बंदे मैं खड़े करके मीएस इंस्पैक्शन बंगले के सामने खड़े करके आप नाले नाल खड़े होके मेरा कर्नल जिहड़ा कर्नल शर्मा भी नाल खड़ा सी, असी फोटो खिंचवाई ताकि सबूत रहे कि असी इत्थों ताईं सही सलामत पहुँच गए हैं। असी कोई चूड़ियां नहीं पाईयां, असी सरब लोहे दे कड़े पाए आ, ਜਿਹੜਾ ਆਉਂਦਾ ਆਉਣ ਦੋ, ਅਸੀਂ ਨਹੀਂ ਜੱਠਾਂਗੇ। ਇਹ ਵੀ ਇਹਨਾਂ ਦਾ ਚਾਅ ਲਾ ਦਿਆਂਗੇ। ਸਾਹਮਣੇ ਵੀ ਗੋਲੀ, ਗਰਮੀ ਦਾ ਕਹਿਰ ਤੇ ਆਲੇ ਦੁਆਲੇ ਸਨਾਟਾ ਛਾਇਆ ਹੋਇਆ ਸੀ। ਹਰ ਸਿੰਘ ਆਪਣੇ ਮੋਰਚੇ ਦੇ ਵਿੱਚ ਆਪਣੀ ਬਾਖੂਬੀ ਲੜਾਈ ਲੜ ਰਿਹਾ ਸੀ। ਜਿਹੜੀ ਗੱਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮੰਜੀ ਸਾਹਿਬ ਦੀਵਾਨ ਹਾਲ ਦੀ ਸਟੇਜ ਤੋਂ ਗੱਜ ਵੱਜ ਕੇ ਕਿਹਾ ਕਰਦੇ ਸਨ ਕਿ ਜੇ ਪੁਲਿਸ ਨੇ ਜਾਂ ਫੌਜ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਗਲਤੀ ਕੀਤੀ ਤੇ ਕਿਤੇ ਭਲੇਖੇ 'ਚ ਨਾ ਰਵੇ ਫੌਜ ਜਾਂ ਪੁਲਿਸ, ਆਓ ਖੰਭਿਆਂ ਜਿਹੜੀਆਂ ਢੇਰੀਆਂ ਲਾਵਾਂਗੇ ਗੁਰੂ ਦੇ ਲਾਲ ਜਿਹੜੀਆਂ ਨੇ। ਤੇ ਇਹ ਜਿਹੜੀ ਆ ਭਾਰਤ ਸਰਕਾਰ ਯਾਦ ਰੱਖੂਗੀ ਕਿ ਕਿਸੇ ਧਾਰਮਿਕ ਸਥਾਨ ਤੇ ਕਿੱਦਾਂ ਹਮਲਾ ਕਰੀਦਾ ਵਾ ਤੇ ਕਿਸੇ ਕੌਮ ਨਾਲ ਕਿਵੇਂ ਪੰਗਾ ਲਈਦਾ ਵਾ। ਉਹਨਾਂ ਦੀ ਇਹ ਸੀ ਵੀ ਫੌਜ ਨੇ ਪਹਿਲਾਂ ਟੋਹ ਲਾਉਣੀ ਆ ਕਿ ਕਿਹੜੇ ਮੋਰਚੇ 'ਚ ਕਿੱਥੋਂ ਕਿਹੜੀ ਗੋਲੀ ਆ ਰਹੀ ਆ, ਕਿਹੜਾ ਮੋਰਚਾ ਕਿੱਥੇ ਕਿੰਨਾ ਕੰਮ ਕਰ ਰਿਹਾ, ਕਿਹੜੇ ਮੋਰਚੇ ਤੋਂ ਜ਼ਿਆਦਾ ਗੋਲੀ ਆ ਰਹੀ ਆ, ਤਾਕਤਵਰ ਗੋਲੀ ਆ ਰਹੀ ਹੈ। ਇਹਨਾਂ ਪਹਿਲਾਂ ਜਿਹੜੀ ਆ ਸ਼ਨਾਖਤ ਕਰਨੀ ਆ, ਪਹਿਲਾਂ ਇਹਨਾਂ ਨੂੰ ਤੁਸੀਂ ਆਪਣਾ ਚੱਲਣ ਦਿਓ। ਇੱਕ ਪਾਸੇ ਭਾਰਤ ਦਾ ਬਾਦਸ਼ਾਹ ਸੀ ਇੰਦਰਾ ਗਾਂਧੀ, ਦੂਸਰੇ ਪਾਸੇ ਸਿੱਖਾਂ ਦਾ ਬਾਦਸ਼ਾਹ ਸੀ ਬੇਤਾਜ ਬਾਦਸ਼ਾਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਾ। ਦੂਸਰੀ ਗੱਲ, ਇਹ ਲੜਾਈ ਦੋ ਤਖਤਾਂ ਦੇ ਦਰਮਿਆਨ ਸੀ, ਸ੍ਰੀ ਅਕਾਲ ਤਖਤ ਸਾਹਿਬ ਦੇ ਦਰਮਿਆਨ ਤੇ ਦਿੱਲੀ ਤਖਤ ਦੇ ਦਰਮਿਆਨ। ਇਹਦੇ ਵਿਚਕਾਰ ਹੁਣ ਕੋਈ ਨਹੀਂ ਸੀ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ। ਆਪਰੇਸ਼ਨ ਨੀਲਾ ਤਾਰਾ ਸਦੀਆਂ ਤੱਕ ਨਾ ਭੁਲਾਇਆ ਜਾ ਸਕਣ ਵਾਲਾ ਸਾਕਾ ਅਜਿਹਾ ਨਹੀਂ ਹੈ ਕਿ ਸਿੱਖ ਭਾਈਚਾਰੇ ਨਾਲ ਕਦੇ ਪਹਿਲਾਂ ਘੱਲੂਘਾਰਾ ਨਹੀਂ ਵਾਪਰਿਆ। ਇਤਿਹਾਸ ਗਵਾਹ ਇਸ ਗੱਲ ਦਾ 1746 ਦੇ ਵਿੱਚ ਲਾਹੌਰ ਦੇ ਗਵਰਨਰ ਜ਼ਹੀਆ ਖਾਨ ਨੇ ਆਪਣੀ ਫੌਜ ਨੂੰ ਹੁਕਮ ਦਿੱਤਾ ਤੇ ਕਾਨੂੰਵਾਨ ਦੇ ਇਲਾਕੇ ਦੇ ਵਿੱਚ ਜਾ ਕੇ ਸਿੱਖਾਂ ਨੂੰ ਘੇਰਿਆ। 10,000 ਤੋਂ ਵਧੇਰੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਉਸ ਤੋਂ ਕੁਝ ਸਾਲ ਬਾਅਦ 1762 ਦੇ ਵਿੱਚ
ਅਹਿਮਦ ਸ਼ਾਹ ਅਬਦਾਲੀ ਹਿੰਦੁਸਤਾਨ ਤੇ ਚੜ੍ਹ ਕੇ ਆਇਆ ਤਾਂ ਉਸ ਨੇ ਉਸ ਇਲਾਕੇ ਦੇ ਵਿੱਚ ਜਾ ਕੇ ਜਿੱਥੇ ਸਿੱਖਾਂ ਨੇ ਟਾਕਰੇ ਦੇ ਲਈ ਆਪਣੀ ਵਿਉਂਤ ਦੇ ਤੌਰ ਤੇ ਇੱਕ ਥਾਂ ਤੇ ਇਕੱਠੇ ਹੋਏ ਸੀਗੇ, ਅਹਿਮਦ ਸ਼ਾਹ ਅਬਦਾਲੀ ਨੇ ਉਹਨਾਂ ਤੇ ਹਮਲਾ ਕੀਤਾ ਤੇ ਹਮਲਾ ਕਰਕੇ 30,000 ਤੋਂ ਵਧੇਰੇ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ। ਇਹਨਾਂ ਨੂੰ ਛੋਟੇ ਤੇ ਵੱਡੇ ਘੱਲੂਘਾਰੇ ਦੇ ਤੌਰ ਤੇ ਸਿੱਖ ਮਨ ਬੜੀ ਚੀਜ਼ ਦੇ ਨਾਲ ਚੇਤੇ ਕਰਦਾ ਹੈ। ਠੀਕ ਉਸ ਤੋਂ 222 ਸਾਲ ਬਾਅਦ ਆਜ਼ਾਦ ਹਿੰਦੁਸਤਾਨ 'ਚ ਜਦੋਂ ਆਪਣੇ ਮੁਲਕ ਦੀ ਫੌਜ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤਾਂ ਮਾਨਵਤਾ ਦੀ ਰੂਹ ਕੰਬ ਉੱਠੀ। ਗੁਰੂ ਅਰਜਨ ਦੇਵ ਜੀ ਮਾਨਵਤਾ ਦਾ ਸੁਨੇਹਾ ਦੇਣ ਵਾਲੇ, ਦੇਸ਼ ਦੀ ਖਾਤਰ ਸ਼ਹਾਦਤ ਪਾਉਣ ਵਾਲੇ, ਉਹਨਾਂ ਦੀ ਸ਼ਹਾਦਤ ਦੇ ਦਿਨ ਨੂੰ ਚੁਣਿਆ ਗਿਆ ਦਰਬਾਰ ਸਾਹਿਬ ਤੇ ਹਮਲੇ ਦੇ ਲਈ। ਸੁਭਾਵਿਕ ਹੈ ਕਿ ਸਦੀਆਂ ਤੱਕ ਇਹਨਾਂ ਮਾਮਲਿਆਂ ਨੂੰ ਲੈ ਕੇ ਸਵਾਲ ਤਾਂ ਉੱਠਦੇ ਰਹਿਣਗੇ। ਇਤਫਾਕ ਹੈ ਕਿ ਉਹਨਾਂ ਸਮਿਆਂ ਦੇ ਲੋਕ ਸਾਡੇ ਕੋਲ ਅੱਜ ਹੈ ਨੇ ਜਿਨ੍ਹਾਂ ਨੇ ਇਸ ਅੱਗ ਦਾ ਸੇਕ ਆਪਣੇ ਪਿੰਡੇ ਤੇ ਹੰਢਾਇਆ, ਚਾਹੇ ਉਹ ਇੱਕ ਧਿਰ ਨਾਲ ਖੜੇ ਜਾਂ ਦੂਜੀ ਧਿਰ ਦੇ ਨਾਲ ਖੜੇ, ਪਰ ਇਸ ਵਰਤਾਰੇ ਨੂੰ ਉਹਨਾਂ ਨੇ ਨੇੜ ਤੋਂ ਦੇਖਿਆ ਹੀ ਨਹੀਂ, ਸਗੋਂ ਵਰਤਾਰੇ ਨੂੰ ਆਪਣੇ ਪਿੰਡੇ ਦੇ ਉੱਤੇ ਜਾਂ ਵੀ। ਸਾਡੇ ਨਾਲ ਬ੍ਰਿਗੇਡੀਅਰ ਓਂਕਾਰ ਸਿੰਘ ਗਰਾਇਆ ਜਿਹੜੇ ਉਸ ਵੇਲੇ ਅੰਮ੍ਰਿਤਸਰ ਤੈਨਾਤ ਸਨ। ਬਾਕੀ ਤਾਂ ਆਪਾਂ ਸਵਾਲ ਜਵਾਬ 'ਚ ਲਵਾਂਗੇ। ਬ੍ਰਿਗੇਡੀਅਰ ਸਾਹਿਬ ਦੇ ਜੋ ਹੋਰ ਮੁੱਦਿਆਂ 'ਤੇ ਗੱਲ ਕਰਨਗੇ ਮੈਂ ਦਰਸ਼ਕਾਂ ਦੇ ਧਿਆਨ 'ਚ ਲਿਆਉਣਾ ਚਾਹੁੰਦਾ। ਕਾਫੀ ਕੁਝ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਵਿਚਾਰ ਹੈਗਾ ਜਾਂ ਬਚਿਆ, ਮੇਰੀ ਜਾਣਕਾਰੀ ਮੁਤਾਬਕ ਬ੍ਰਿਗੇਡੀਅਰ ਗਰਾਇਆ ਦਾ ਉਹਦੇ 'ਚ ਬਹੁਤ ਵੱਡਾ ਰੋਲ ਹੈ, ਇੱਕ ਆਪਣੀ ਭੂਮਿਕਾ ਹੈ। ਸਾਡੇ ਨਾਲ ਦੂਜੇ ਮਹਿਮਾਨ ਮਨਜੀਤ ਸਿੰਘ ਭੋਮਾ ਜੀ, ਸਿੱਖ ਫੈਡਰੇਸ਼ਨ ਦੇ ਪ੍ਰਧਾਨ। ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ, ਆਮਣੋ ਸਾਹਮਣੇ ਖੜੀ ਸੀ, ਇੱਕ ਪਾਸੇ ਫੌਜ ਤੇ ਇੱਕ ਪਾਸੇ ਅੰਦਰ ਜਿਹੜੀ ਹੈਗੀ ਹੈ ਲੜਾਈ ਦੇ ਲਈ ਤਿਆਰ ਸੀ। ਤਾਂ ਇੱਕ ਜਿਹੜੀ ਸਭ ਤੋਂ ਵੱਡੀ ਪਾਣੀ ਦੀ ਟੈਂਕੀ ਸੀ ਜਿੱਥੇ ਮੋਰਚਾ ਸੰਭਾਲਿਆ ਹੋਇਆ ਸੀ, ਭੋਮਾ ਜੀ ਉਸ ਮੋਰਚੇ ਦੇ 'ਚ ਅਗਵਾਈ ਦੇਣ ਵਾਲਿਆਂ 'ਚ ਹਾਜ਼ਰ ਸਨ। ਇਹਨਾਂ ਸਾਰੇ ਮੁੱਦਿਆਂ 'ਤੇ ਜਿਹੜੇ ਸਵਾਲ ਉੱਠ ਰਹੇ, ਜਿੱਦਾਂ ਮੈਂ ਕਿਹਾ ਕਿ ਸਵਾਲ ਤਾਂ ਸਦੀਆਂ ਤੱਕ ਜਿਹੜੇ ਉੱਠਦੇ ਰਹਿਣਗੇ। ਅਸੀਂ ਆਪਣੇ ਮਹਿਮਾਨਾਂ ਨਾਲ ਇਹਨਾਂ ਸਵਾਲਾਂ ਨੂੰ ਚਰਚਾ 'ਚ ਲੈ ਰਹੇ ਹਾਂ। ਤੁਹਾਡੇ ਸਾਰਿਆਂ ਵੱਲੋਂ ਮੈਂ ਆਪਣੇ ਦੋਨਾਂ ਹੀ ਮਹਿਮਾਨਾਂ ਨੂੰ ਪੈਨਲ 'ਤੇ ਆਉਣ ਦੇ ਲਈ ਜੀ ਆਖਦਾ, ਵੈਲਕਮ ਕਰਦਾ। ਗਰਾਇਆ ਜੀ, ਪਹਿਲਾ ਸਵਾਲ ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਲੈਣਾ ਚਾਹਾਂਗਾ। ਜਿਹੜੇ ਦਿਨਾਂ ਦਾ ਆਪਾਂ ਜ਼ਿਕਰ ਕਰ ਰਹੇ ਹਾਂ, ਤੁਸੀਂ ਉਦੋਂ ਅੰਮ੍ਰਿਤਸਰ ਸੀ, ਕਿਸ ਪੋਜੀਸ਼ਨ ਸੀ ਤੇ ਕਿਹੋ ਜਿਹੀ ਜ਼ਿੰਮੇਵਾਰੀ ਉਸ ਮੌਕੇ ਤੇ ਤੁਸੀਂ ਸੰਭਾਲੀ ਹੋਈ ਸੀ? ਗਰਾਇਆ ਜੀ। ਹਾਂਜੀ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਵੀ ਕਹਿ ਚੁੱਕਾ ਹਾਂ, ਇੱਕ ਦੋ ਪਹਿਲੇ ਇੰਟਰਵਿਊ ਜਿਹੜੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਮੇਰੇ ਜੀ ਮੈਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਸੀ, ਸਭ ਤੋਂ ਪਹਿਲਾਂ ਕੁਝ ਜ਼ਿੰਮੇਵਾਰੀਆਂ ਮੈਂ ਆਪਣੇ ਆਪ ਬਾਅਦ ਦੇ ਵਿੱਚ ਸੰਭਾਲੀਆਂ, ਪਰ ਜਿਹੜੀ ਮੈਨੂੰ ਉੱਪਰੋਂ ਮੇਰੇ ਜਨਰਲ ਨੇ ਦਿੱਤੀ ਸੀ ਉਹ ਇਹ ਸੀ ਕਿ ਸਿੱਖ ਕੌਮ ਦੇ ਜਿਹੜੇ ਲੀਡਰ, ਜਿਵੇਂ ਕਿ ਸੰਤ ਲੌਂਗੋਵਾਲ, ਪ੍ਰਧਾਨ ਤੌੜਾ ਜੀ ਤੇ ਹੋਰ ਲੀਡਰ ਜਿਹੜੇ ਦਰਬਾਰ ਸਾਹਿਬ ਦੇ ਅੰਦਰ ਉਸ ਵੇਲੇ ਸਨ, ਉਸ 5 ਔਰ 6 ਜੂਨ ਦੀ ਰਾਤ ਨੂੰ, ਉਹਨਾਂ ਦਾ ਕੁਝ ਪਤਾ ਨਹੀਂ ਸੀ ਕਿ ਉਹ ਬੱਚੇ ਨੇ ਕਿ ਮਾਰੇ ਗਏ ਜਾਂ ਕੀ ਹੋਇਆ ਉਹਨਾਂ ਨੂੰ। ਤੇ ਮੇਰੀ ਡਿਊਟੀ ਇਹ ਲੱਗੀ ਕਿ ਉਹਨਾਂ ਨੂੰ ਲੱਭ ਕੇ ਉਹਨਾਂ ਨੂੰ ਬਾਹਰ ਕੱਢ ਕੇ ਦਰਬਾਰ ਸਾਹਿਬ ਤੋਂ ਲੈ ਕੇ ਕਿਸੇ ਸੁਰੱਖਿਅਤ ਜਗ੍ਹਾ ਤੇ ਲਿਆ ਕੇ ਤੇ ਉਹਨਾਂ ਨੂੰ ਰੱਖਣਾ। ਤੋ ਮੈਂ ਸਵੇਰੇ ਉੱਥੇ 6 ਵਜੇ ਕੋਈ 6 ਤਾਰੀਖ ਨੂੰ 10 ਔਰ 11 ਦੇ ਦਰਮਿਆਨ, ਸਵੇਰੇ 10 ਔਰ 11 ਵਜੇ ਦੇ ਦਰਮਿਆਨ ਪਹੁੰਚਿਆ। ਤੇ ਮੇਰੇ ਜਾਣ ਤੱਕ ਉਹਨਾਂ ਨੂੰ, ਇਹ ਸਾਰੇ ਲੀਡਰਾਂ ਨੂੰ, 7-8 ਲੀਡਰਾਂ ਨੂੰ ਕਿਸੇ ਹੋਰ ਨੇ, ਇੱਕ ਮੇਜਰ ਪਲਟਾ ਸੀ, ਮੇਜਰ ਪਲਟਾ ਇੱਕ ਕੁਮਾਊਂ ਰੈਜੀਮੈਂਟ ਦਾ, ਉਸ ਨੇ ਇਹਨਾਂ ਨੂੰ ਇਕੱਠੇ ਕਰਕੇ ਤੇ ਇੱਕ ਕਮਰੇ ਦੇ ਵਿੱਚ SGPC ਬਿਲਡਿੰਗ ਦੇ ਕੋਲ ਹੀ ਕਮਰਾ ਸੀ, ਮੈਨੂੰ ਹੁਣ ਅੱਛੀ ਤਰ੍ਹਾਂ ਯਾਦ ਨਹੀਂ ਕਿਹੜਾ ਕਮਰਾ ਸੀ, ਪਰ ਅਲੱਗ ਕਮਰਾ ਸੀ, ਉਹਦੇ ਵਿੱਚ ਰੱਖਿਆ ਸੀ। ਗਰਾਇਆ ਸਾਹਿਬ ਉਹ ਮਾਸਟਰ ਤਾਰਾ ਸਿੰਘ ਲੰਗਰ ਹਾਲ ਸੀ। ਚਲੋ ਜੋ ਵੀ ਸੀ, ਇੱਕ ਕਮਰਾ ਸੀ ਮਾਸਟਰ ਤਾਰਾ ਸਿੰਘ ਲੰਗਰ ਹਾਲ ਜੀ, ਹਾਂ, ਉਹਦੇ ਵਿੱਚ ਰੱਖਿਆ ਸੀ। ਤੇ ਮੈਨੂੰ ਪਤਾ ਕਿਵੇਂ ਲੱਗਾ, ਮੈਨੂੰ ਲੱਭਣਾ ਨਹੀਂ ਪਿਆ।
ਜਦੋਂ ਮੈਂ ਸਰਾਂ ਦੇ ਵਿੱਚ ਵੜਿਆ ਤੇ ਬਰਾਂਡੇ ਦੇ ਵਿੱਚੋਂ ਦੀ ਲੰਘ ਰਿਹਾ ਸੀ ਤੇ ਬਲਵੰਤ ਸਿੰਘ ਰਾਮੂਵਾਲੀਆ ਮੇਰੇ ਕੋਲ ਆਏ। ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਤੇ ਉਹਨਾਂ ਨੇ ਆਪਣੇ ਆਪ ਦਾ ਤਾਰਫ ਦਿੱਤਾ ਤੇ ਮੈਨੂੰ ਕਿਹਾ ਕਿ ਮੈਂ ਉਹਨਾਂ ਨੂੰ ਕਿਹਾ ਜੀ ਮੇਰੀ ਮਦਦ ਕਰੋ, ਮੈਂ ਇਹਨਾਂ ਲੀਡਰਾਂ ਨੂੰ ਲੱਭ ਰਿਹਾ, ਇਹ ਕਿੱਥੇ ਨੇ ਤੁਹਾਨੂੰ ਪਤਾ ਹੈ? ਕਹਿੰਦਾ ਹਾਂ ਉਹ ਮੇਰੇ ਨਾਲ, ਮੈਨੂੰ ਸਭ ਪਤਾ ਹੈ। ਉਹ ਫਿਰ ਮੈਨੂੰ ਉਸ ਕਮਰੇ 'ਚ ਲੈ ਗਿਆ ਤੇ ਜੀ। ਉੱਥੋਂ ਮੈਂ ਉਹਨਾਂ ਦੇ ਨਾਲ ਮੇਰੀ ਮੁਲਾਕਾਤ ਹੋਈ। ਹੁਣ ਉੱਥੇ ਤੁਸੀਂ ਪੁੱਛੋਗੇ ਕੌਣ ਕੌਣ ਸੀ, ਤੇ ਉਸ ਕਮਰਾ ਜਦੋਂ ਖੋਲਿਆ ਬੰਦ ਸੀਗਾ ਬਿਲਕੁਲ, ਕਮਰੇ ਦੇ ਵਿੱਚ ਕੋਈ ਖਿੜਕੀਆਂ ਸਭ ਕੁਝ ਬੰਦ ਸੀ। ਤੇ ਜਦੋਂ ਉਹਦਾ ਦਰਵਾਜ਼ਾ ਖੋਲਿਆ ਤੇ ਬਾਹਰ ਧੁੱਪ ਬੜੀ ਸੀ ਤੇ ਧੁੱਪ ਦੇ ਵਿੱਚ ਤੁਹਾਨੂੰ ਪਤਾ ਅੱਖਾਂ ਜਿਹੜੀਆਂ ਨੇ ਥੋੜਾ ਟਾਈਮ ਲੈਂਦੀਆਂ ਨੇ, ਹਨੇਰੇ ਕਮਰੇ 'ਚ ਵੜਦੇ ਹਾਂ ਤੇ ਬਿਲਕੁਲ ਹਨੇਰਾ ਸੀ, ਮੈਨੂੰ ਕੱਖ ਨਹੀਂ ਦੱਸਿਆ। ਤੇ ਮੈਂ ਅੰਦਰ ਵੜ ਕੇ ਸਤਿ ਸ੍ਰੀ ਅਕਾਲ ਬੁਲਾਈ ਤੇ ਹੌਲੀ ਹੌਲੀ ਜਦੋਂ ਦੇਖਿਆ ਤੇ ਮੈਨੂੰ ਪ੍ਰਧਾਨ ਤੌੜਾ ਜੀ ਨਜ਼ਰ ਆਏ ਤੇ ਸੰਤ ਲੌਂਗੋਵਾਲ ਜੀ ਨਜ਼ਰ ਆਏ ਤੇ ਹੋਰ ਕੁਝ ਸੱਜਣ, ਤੇ ਉਹ ਸਾਰੇ ਉੱਠ ਕੇ ਖਲੋ ਗਏ। ਮੈਂ ਉਹਨਾਂ ਨੂੰ ਫਤਿਹ ਬੁਲਾਈ ਤੇ ਮੈਂ ਕਿਹਾ ਜੀ ਮੈਂ ਤੁਹਾਨੂੰ ਲੈਣ ਆਇਆ ਤੇ ਤੁਸੀਂ ਮੇਰੇ ਨਾਲ ਮਿਹਰਬਾਨੀ ਕਰਕੇ ਮੇਰੇ ਨਾਲ ਚੱਲੋ। ਤੋਂ ਉੱਠ ਕੇ ਖੜੇ ਹੋ ਗਏ। ਉਹਨਾਂ ਨੇ ਕੋਈ ਨਾ ਨੁੱਕਰ ਨਹੀਂ ਕੀਤੀ, ਕੋਈ ਕੁਛ ਨਹੀਂ ਕਿਹਾ। ਤੋ ਜੀ ਬੜੀ ਗਰਮੀ ਬੜੀ ਸੀ, ਉਹਨਾਂ ਦੇ ਹੱਥਾਂ ਦੇ ਵਿੱਚ ਅਖਬਾਰ ਜਾਂ ਕੋਈ ਰਸਾਲਾ ਇਹੋ ਜਿਹਾ ਫੜਿਆ ਤੇ ਉਹਦੇ ਨਾਲ ਪੱਖੀ ਚੱਲ ਰਹੇ ਆਪਣੇ ਆਪ ਨੂੰ ਗਰਮੀ ਤੋਂ ਬਚਣ ਲਈ। ਤੇ ਉਸ ਤੋਂ ਬਾਅਦ ਮੇਰੇ ਪਿੱਛੇ ਪਿੱਛੇ ਉਹ ਆ ਗਏ ਤੇ ਉਹਨਾਂ ਨੂੰ ਮੈਂ ਲੈ ਕੇ ਆਇਆ ਛਾਉਣੀ ਦੇ ਵਿੱਚ। ਜੀ ਇਹ ਤੁਸੀਂ ਬਿਲਕੁਲ ਜਦੋਂ ਤੁਸੀਂ ਸਵੇਰ ਦੀ ਜੀ ਹਾਂ ਪੁੱਛੋ, ਸਵਾਲ ਪੁੱਛੋ ਬਿਲਕੁਲ ਇਹਦੇ ਬਾਰੇ। ਸਰ ਮੈਂ ਇਹੀ ਇਸ ਮੁੱਦੇ ਤੇ ਜਾਣਨਾ ਚਾਹੁੰਦਾ ਹਾਂ ਕਿ ਜਦੋਂ ਤੁਸੀਂ ਉਹਨਾਂ ਨੂੰ ਲੈ ਹਾਂਜੀ। ਕੇ ਆਏ ਤਾਂ ਉਹਨਾਂ ਦੇ ਕਿਹੋ ਹਾਂਜੀ। ਜਿਹੇ ਹਾਵ ਭਾਵ ਸੀ, ਕਿਸ ਤਰ੍ਹਾਂ ਦਾ ਮਾਹੌਲ ਸੀ, ਹੋਵੇ ਕਿਵੇਂ ਲੱਗ ਰਿਹਾ ਸੀਗਾ? ਕਿਉਂਕਿ ਉਹ ਇੱਕਦਮ ਉਹ ਵੀ ਅੰਦਰੋਂ ਜਦੋਂ ਬਾਹਰ ਆਏ ਹੋਣਗੇ, ਬਾਹਰ ਆਉਣ ਤੋਂ ਬਾਅਦ ਪਹਿਲੀ ਵਾਰ ਦੇਖਿਆ ਉਹਨਾਂ ਨੇ ਜੋ ਕੁਝ ਵਾਪਰਿਆ ਉੱਥੇ। ਜੀ ਬ੍ਰਿਗੇਡੀਅਰ ਸਾਹਿਬ। ਹਾਂ ਬਿਲਕੁਲ ਠੀਕ ਹੈ। ਰਾਤ ਨੂੰ ਮੈਨੂੰ ਦੱਸਿਆ ਗਿਆ ਸੀ ਕਿ ਅਲੱਗ-ਅਲੱਗ ਕਮਰਿਆਂ ਚੋਂ ਬੁਲਾ ਕੇ ਕੋਈ ਜਿਹੜੇ ਜਾਣਕਾਰ ਉੱਥੋਂ ਦੇ ਸੇਵਾਦਾਰ ਸੀ ਉਹਨਾਂ ਨੇ ਬੁਲਾ ਕੇ ਤੇ ਮੇਜਰ ਪਲਟਾ ਨੇ ਉਹਨਾਂ ਸਾਰਿਆਂ ਨੂੰ ਇੱਕ ਕਮਰੇ 'ਚ ਇਕੱਠਾ ਕੀਤਾ ਸੀ। ਉਸ ਤੋਂ ਬਾਅਦ ਕਮਰਾ ਉਹ ਬੰਦ ਸੀ, ਨਾ ਉੱਥੇ ਪੱਖਾ ਸੀ ਨਾ ਏਸੀ ਸੀ, ਤੇ ਤੁਸੀਂ ਸੋਚ ਸਕਦੇ ਹੋ ਵੀ ਕਿੰਨੀ ਗਰਮੀ ਸੀ ਤੇ ਪਸੀਨੋ ਪਸੀਨੀ ਹੋਏ ਸੀ ਤੇ ਗਰਮੀ ਦੇ ਨਾਲ ਥੋੜੇ ਕਾਫੀ ਘਬਰਾਏ ਹੋਏ ਸੀ। ਪਰ ਇਹ ਨਹੀਂ ਕਿ ਉਹਨਾਂ ਦੇ ਕੋਈ ਜ਼ਖਮ ਹੋਵੇ ਜਾਂ ਕੋਈ ਸੱਟ ਵੱਜੀ ਹੋਵੇ ਜਾਂ ਕੋਈ ਖੂਨ ਵਗਦਾ ਹੋਵੇ, ਐਸੀ ਕੋਈ ਗੱਲ ਨਹੀਂ ਸੀ। ਠੀਕ ਠਾਕ ਕੱਪੜੇ, ਠੀਕ ਠਾਕ ਹਾਲਤ ਦੇ ਵਿੱਚ ਸੀ ਤੇ ਉਹਨਾਂ ਨੇ ਕੋਈ ਨਾ ਨੁੱਕਰ ਵੀ ਨਹੀਂ ਕੀਤੀ, ਮੇਰੇ ਨਾਲ ਤੁਰ ਪਏ। ਅੱਗੇ ਮੈਂ ਸੀ, ਮੇਰੇ ਨਾਲ ਇੱਕ ਹੋਰ ਕਰਨਲ ਸ਼ਰਮਾ ਸੀ। ਉਹਨੂੰ ਕਰਨਲ ਸ਼ਰਮਾ ਨੂੰ ਮੈਂ ਕਿਹਾ ਤੁਸੀਂ ਪਿੱਛੇ ਆਉਣਾ ਤੇ ਮੈਂ ਅੱਗੇ ਆਉਣਾ। ਇੱਕ ਲਾਈਨ ਬਣਾ ਕੇ ਅਸੀਂ ਆਏ। ਜਦੋਂ ਸਰਾਂ ਦੇ ਵਿੱਚੋਂ ਫਿਰ ਲੰਘ ਰਹੇ ਸੀ ਬਾਹਰ ਨਿਕਲਣ ਵਾਸਤੇ ਤੇ ਉੱਥੇ ਕਾਫੀ ਲਾਸ਼ਾਂ ਪਈਆਂ ਸੀ। ਕਿਸੇ ਦਾ ਲੱਤ ਟੁੱਟੀ, ਕੋਈ ਮਰਿਆ, ਕੋਈ ਮਰ ਰਿਹਾ, ਕਿਸੇ ਦਾ ਖੂਨ ਵਗ ਰਿਹਾ, ਕੋਈ ਪਾਣੀ ਮੰਗ ਰਿਹਾ, ਕੋਈ ਕੁਛ। ਕਾਫੀ ਬੁਰੀ ਹਾਲਤ ਸੀ ਪੂਰੇ ਸਰਾਂ ਦੇ ਵਿਹੜੇ ਦੇ ਵਿੱਚ, ਕਾਫੀ ਬੁਰੀ ਹਾਲਤ ਸੀ। ਕੁਛ ਉੱਤੋਂ ਇਹ ਤੁਸੀਂ 6 ਦੀ ਗੱਲ ਕਰ ਰਹੇ ਹੋ? 6 ਮਾਰਨਿੰਗ ਦੀ? 6 ਮਾਰਨਿੰਗ 6 ਦੀ ਗੱਲ ਕਰ ਰਹੇ ਹੋ? 6 ਮਾਰਨਿੰਗ? ਹਾਂ 6 ਸਵੇਰ ਦੀ ਜੀ 6 ਸਵੇਰ ਦੀ ਜੀ। ਤਕਰੀਬਨ 11 11:30 ਵਜੇ। ਤੇ ਰਸਤੇ ਦੇ ਵਿੱਚ 6 ਜੂਨ ਨੂੰ ਬਹੁਤ ਵੱਡਾ ਦਿਨ ਹੁੰਦਾ ਜੀ। ਹਾਂਜੀ ਰਸਤੇ ਦੇ ਵਿੱਚ ਪ੍ਰਧਾਨ ਤੌੜਾ ਜੀ ਨੇ ਇੱਕ ਦੋ ਸਿੰਘਾਂ ਦਾ ਜਿਹੜੇ ਜ਼ਖਮੀ ਸਿੰਘ ਸੀ ਉਹਨਾਂ ਦੇ ਮੱਥੇ ਤੇ ਹੱਥ ਫੇਰਿਆ, ਮੂੰਹ ਤੇ ਹੱਥ ਫੇਰਿਆ, ਉਹਨਾਂ ਨੂੰ ਸ਼ਾਬਾਸ਼ੀ ਦਿੱਤੀ। ਮੈਨੂੰ ਇਹ ਨਹੀਂ ਪਤਾ ਕੀ ਕਿਹਾ। ਹਾਂਜੀ ਤੇ ਲੰਘ ਗਏ। ਤੇ ਅੱਗੇ ਬਾਹਰ ਆ ਕੇ ਮੈਂ APC ਖੜੀ ਕੀਤੀ ਸੀ। APC ਹੁੰਦੀ ਆ ਆਰਮਰਡ ਪਰਸਨਲ ਕੈਰੀਅਰ। ਇਹ ਜ਼ਰਾ ਬਖਤਰ ਗੱਡੀ ਹੁੰਦੀ ਹੈ, ਇਹਦੇ ਵਿੱਚ ਛੋਟੀ ਗੋਲੀ ਦਾ ਕੋਈ ਅਸਰ ਨਹੀਂ ਹੁੰਦਾ। ਤੇ ਮੈਂ ਪਹਿਲਾਂ ਤੋਂ ਬੰਦੋਬਸਤ ਕੀਤਾ ਸੀ ਕਿ ਜੇ ਇਹਨਾਂ ਨੂੰ ਛਾਉਣੀ ਮੈਂ ਲੈ ਕੇ ਆਉਣਾ ਤੇ ਰਸਤੇ ਦੇ ਵਿੱਚ ਕੋਈ ਵਾਰਦਾਤ ਨਾ ਹੋ ਜਾਏ, ਤਾਂ ਮੈਂ ਇਹਨਾਂ ਨੂੰ ਉਹਦੇ ਵਿੱਚ ਉਸ ਗੱਡੀ ਦੇ ਵਿੱਚ ਵੜਨ ਨੂੰ ਕਿਹਾ। ਸਭ ਤੋਂ ਅੱਗੇ ਕਿਉਂਕਿ ਪ੍ਰਧਾਨ ਜੀ ਸੀ, ਤੌੜਾ ਸਾਹਿਬ ਸੀ, ਮੈਂ ਉਹਨਾਂ ਨੂੰ ਕਿਹਾ ਬਾਬਾ ਜੀ ਅੰਦਰ ਵੜ ਜਾਓ। ਉੱਥੇ ਇੱਕ JCO ਖੜਾ ਸੀ ਨਾਇਬ ਸੂਬੇਦਾਰ, ਉਹ ਦਰਵਾਜ਼ਾ ਖੋਲ ਕੇ, ਉਹ ਜਿਹੜਾ APC ਦਾ ਚਾਲਕ ਸੀ, ਡਰਾਈਵਰ ਸੀ, ਉਹ ਦਰਵਾਜ਼ਾ ਖੋਲ ਕੇ ਖੜਾ ਸੀ। ਉਹ ਵੀ ਸਿੱਖ ਮੁੰਡਾ ਸੀ, ਸਿੱਖ ਆਦਮੀ ਸੀ ਤੇ ਉਹ ਖੜਾ ਸੀ। ਤੇ ਮੈਂ ਤੌੜਾ ਸਾਹਿਬ ਨੂੰ ਕਿਹਾ, ਮੈਂ ਕਿਹਾ ਜੀ ਬਾਬਾ ਜੀ ਅੰਦਰ ਵੜ ਜਾਓ। ਤੇ ਉਹ ਮੈਨੂੰ ਕਹਿਣ ਲੱਗੇ ਕਿ ਠਾਹ ਕਰਨਾ ਤੇ ਇੱਥੇ ਹੀ ਕਰ ਦਿਓ, ਕਿੱਥੇ ਲਿਜਾ ਕੇ ਠਾਹ ਕਰਨਾ ਹੈ।
ਮੈਂ ਕਿਹਾ ਜੀ ਠਾ ਅੱਛਾ, ਨਹੀਂ ਉਹਨਾਂ ਨੂੰ ਕਰਨਾ। ਲੱਗਦਾ ਸੀਗਾ ਮੈਂ ਕਿ ਕਿਹਾ, ਵੀ ਉਹਨਾਂ ਨੂੰ ਲੱਗਦਾ ਸੀ ਕਿ ਮੁਕਾਬਲਾ ਵੀ ਹੋ ਸਕਦਾ ਹੈ, ਦਿਖਾਇਆ ਜਾ ਸਕਦਾ ਹੈ। ਨਹੀਂ ਮੁਕਾਬਲਾ ਕੀ ਹੋਣਾ ਸੀ ਉਸ ਵੇਲੇ, ਮੁਕਾਬਲੇ ਵਾਲੀ ਤੇ ਗੱਲ ਖਤਮ ਸੀ। ਉਹ ਮੁਕਾਬਲਾ ਦੂਜੇ ਪਾਸੇ ਹੋ ਰਿਹਾ ਸੀ। ਇਹ ਆਪਣੇ ਦਰਬਾਰ ਸਾਹਿਬ ਤੋਂ ਪਰਲੇ ਪਾਸੇ ਕੀ ਉਹਦਾ ਨਾਂ ਅਕਾਲ ਤਖਤ ਸਾਹਿਬ। ਕਹਿੰਦੇ ਦੂਜੇ ਸ੍ਰੀ ਅਕਾਲ ਤਖਤ ਸਾਹਿਬ। ਅਕਾਲ ਤਖਤ, ਅਕਾਲ ਤਖਤ ਸਾਹਿਬ ਜੀ, ਉਧਰ ਜੀ। ਮੁਕਾਬਲਾ ਹਲੇ ਹੋ ਰਿਹਾ। ਇੱਧਰ ਗੋਲੀਬਾਰੀ ਨਹੀਂ ਸੀ ਚੱਲੀ, ਸਭ ਕੁਝ ਹੋ ਚੁੱਕਾ ਸੀ ਜੋ ਕੁਝ ਹੋਣਾ ਸੀ। ਤੋ ਮੈਂ ਬਾਬਾ ਜੀ ਨੂੰ ਕਿਹਾ, ਮੈਂ ਕਿਹਾ ਬਾਬਾ ਜੀ ਮੈਂ ਵੀ ਗੁਰੂ ਦਾ ਸਿੱਖ ਹਾਂ, ਮੈਂ ਵੀ ਉਹਨਾਂ, ਹੁਣ ਤਾਂ ਮੈਂ ਦਾੜੀ ਕੱਟੀ ਆ, ਉਹਨਾਂ ਦਿਨਾਂ 'ਚ ਮੈਂ ਰੱਖੀ ਹੁੰਦੀ ਸੀ ਦਾੜੀ, ਮੈਂ ਚੜਾਉਂਦਾ ਸੀ। ਤਾਂ ਮੈਂ ਕਿਹਾ ਮੈਂ ਵੀ ਗੁਰੂ ਦਾ ਸਿੱਖ ਹਾਂ ਤੇ ਮੈਂ ਇਹੋ ਜਿਹਾ ਕੰਮ ਨਹੀਂ ਸੋਚਿਆ, ਨਾ ਫੌਜ ਕਰਦੀ ਇਹੋ ਜਿਹਾ ਕੰਮ। ਤੇ ਤੁਸੀਂ ਯਕੀਨ ਕਰੋ, ਤੁਸੀਂ ਅੰਦਰ ਵੜ ਜਾਓ, ਤੁਹਾਨੂੰ ਬਹੁਤ ਸੇਫ ਮਹਿਫੂਜ਼ ਜਗ੍ਹਾ ਤੇ ਲੈ ਕੇ ਜਾਵਾਂਗਾ। ਤੇ ਜਦੋਂ ਛਾਉਣੀ ਦੇ ਵਿੱਚ ਲਿਆ ਕੇ MES ਇੰਸਪੈਕਸ਼ਨ ਬੰਗਲੇ ਦੇ ਸਾਹਮਣੇ ਉਹਨਾਂ ਸਾਰਿਆਂ ਨੂੰ ਉਤਾਰਿਆ। ਹੁਣ ਤੁਸੀਂ ਪੁੱਛੋਗੇ ਕਿ ਬਾਕੀ ਕੌਣ ਕੌਣ ਸੀ? ਤੋੜਾ ਸਾਹਿਬ ਤੇ ਲੌਂਗੋਵਾਲ ਸੰਤ ਜੀ ਤੋਂ ਇਲਾਵਾ ਬੀਬੀ ਅਮਰਜੀਤ ਕੌਰ, ਬਲਵੰਤ ਸਿੰਘ ਰਾਮੂਵਾਲੀਆ, ਭਾਨ ਸਿੰਘ, ਅਵਿਨਾਸ਼ੀ ਸਿੰਘ ਤੇ ਦਰਸ਼ਨ ਸਿੰਘ ਈਸਾਪੁਰ ਤੇ ਜੀ, ਦੋ ਗੜਵਈ ਸੀ, ਸੰਤ ਜੀ ਦਾ ਇੱਕ ਗੜਵਈ ਤੇ ਇੱਕ ਪ੍ਰਧਾਨ ਜੀ ਦਾ। ਤੋ ਇਹ ਸਾਰੇ ਬੰਦਿਆਂ ਨੂੰ ਮੈਂ ਖੜੇ ਕਰਕੇ MES ਇੰਸਪੈਕਸ਼ਨ ਬੰਗਲੇ ਦੇ ਸਾਹਮਣੇ ਖੜੇ ਕਰਕੇ ਆਪ ਨਾਲੇ ਨਾਲ ਖੜੇ ਹੋ ਕੇ, ਮੇਰਾ ਕਰਨਲ ਜਿਹੜਾ ਕਰਨਲ ਸ਼ਰਮਾ ਵੀ ਨਾਲ ਖੜਾ ਸੀ, ਅਸੀਂ ਫੋਟੋ ਖਿਚਵਾਈ ਤਾਂ ਕਿ ਸਬੂਤ ਰਹੇ ਕਿ ਅਸੀਂ ਇੱਥੋਂ ਤਾਈਂ ਸਹੀ ਸਲਾਮਤ ਪਹੁੰਚ ਗਏ ਹਾਂ ਤੇ ਹੋਰ ਕੋਈ ਵਾਰਦਾਤ ਰਸਤੇ ਦੇ ਵਿੱਚ ਕੋਈ ਨਹੀਂ ਹੋਈ। ਪੂਰੇ ਦੇ ਪੂਰੇ ਬੰਦੇ ਇੱਥੇ ਪਹੁੰਚ ਗਏ ਨੇ। ਤੇ ਉਸ ਤੋਂ ਬਾਅਦ ਉਹਨਾਂ ਨੂੰ ਮੈਂ MES ਇੰਸਪੈਕਸ਼ਨ ਬੰਗਲੇ ਦੇ ਅੰਦਰ AC ਵਾਲਾ ਕਮਰਾ, ਉਹਦੇ ਵਿੱਚ ਉਹਨਾਂ ਨੂੰ ਬੈਠਣ ਨੂੰ ਕਿਹਾ। ਪਾਣੀ, ਠੰਡਾ ਪਾਣੀ ਤੇ ਚਾਹ ਦਾ ਬੰਦੋਬਸਤ ਪਹਿਲਾਂ ਹੀ ਸੀ। ਉਹਨਾਂ ਨੂੰ ਮੈਂ ਕਿਹਾ ਤੁਸੀਂ ਆਰਾਮ ਕਰੋ, ਨਹਾਓ ਧੋਵੋ ਤੇ ਮੈਂ ਤੁਹਾਨੂੰ ਬਾਅਦ ਦੇ ਵਿੱਚ ਮਿਲਾਂਗਾ। ਫਿਰ ਦੁਪਹਿਰ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਮਿਲਿਆ ਜੀ। ਸੋ ਇਹ ਮਾਹੌਲ ਸੀ ਜਿਹਦੇ ਚੋਂ ਤੁਸੀਂ ਉਹਨਾਂ ਨੂੰ ਕੱਢ ਕੇ ਲੈ ਕੇ ਆਏ। ਜੀ ਬ੍ਰਿਗੇਡੀਅਰ ਸਾਹਿਬ, ਮੈਂ ਇਸ ਮਾਮਲੇ ਤੇ ਜੋ ਉੱਥੇ ਮਾਹੌਲ ਸੀ, ਜੋ ਵਰਤਾਰਾ ਸਾਰਾ ਵਾਪਰਿਆ ਸੀ, ਉਸ ਬਾਰੇ ਮੈਂ ਵਾਪਸ ਉਹਨਾਂ ਤੁਹਾਡੇ ਕੋਲੇ, ਸਾਡੇ ਨਾਲ ਭੂਮਾ ਸਾਹਿਬ ਕਾਫੀ ਦੇਰ ਦੇ ਇੰਤਜ਼ਾਰ ਕਰ ਰਿਹਾ। ਭੂਮਾ ਸਾਹਿਬ, ਤੁਹਾਡੇ ਤੋਂ ਵੀ ਮੈਂ ਪਹਿਲਾ ਸਵਾਲ ਇਹੀ ਲਵਾਂਗਾ, ਜਿੱਦਾਂ ਬ੍ਰਿਗੇਡੀਅਰ ਸਾਹਿਬ ਨਾਲ ਗੱਲ ਕੀਤੀ ਹੈ ਕਿ ਜਦੋਂ ਤੁਸੀਂ ਉੱਥੇ ਅੰਦਰ ਸੀ, ਮੇਰੀ ਜਾਣਕਾਰੀ ਮੁਤਾਬਕ ਪਾਣੀ ਦੀ ਟੈਂਕੀ ਵਾਲਾ ਜਿਹੜਾ ਮੋਰਚਾ ਸੀ, ਉੱਥੇ ਤੁਸੀਂ ਜ਼ਿੰਮੇਵਾਰੀ ਸੰਭਾਲੀ ਵੀ ਸੀ, ਤਾਂ ਕਿਸ ਤਰ੍ਹਾਂ ਦਾ ਮਾਹੌਲ ਸੀ ਤੇ ਕਿਸ ਮਾਹੌਲ ਦੇ ਵਿੱਚ ਤੁਸੀਂ ਉੱਥੇ ਅਗਵਾਈ ਦੇ ਰਹੇ ਸੀ ਜਾਂ ਮੋਰਚਾ ਸੰਭਾਲਿਆ ਹੋਇਆ ਸੀ? ਸਿੱਧੂ ਸਾਹਿਬ, ਸਭ ਤੋਂ ਪਹਿਲਾਂ ਦੇਸ਼ ਵਿਦੇਸ਼ ਦੀਆਂ ਸਤਿਕਾਰਯੋਗ ਸੰਗਤਾਂ ਨੂੰ, ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਿੱਧੂ ਸਾਹਿਬ, ਜੋ ਜੰਗ ਦੇ ਦਰਮਿਆਨ ਹਾਲਾਤ ਹੁੰਦੇ ਆ, ਉਹੀ ਹਾਲਾਤ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਸਨ। ਸਾਹਮਣੇ ਵੀ ਗੋਲੀ, ਗਰਮੀ ਦਾ ਕਹਿਰ ਤੇ ਆਲੇ ਦੁਆਲੇ ਸਨਾਟਾ ਛਾਇਆ ਹੋਇਆ ਸੀ। ਹਰ ਸਿੰਘ ਆਪਣੇ ਮੋਰਚੇ ਦੇ ਵਿੱਚ ਆਪਣੀ ਬਾਖੂਬੀ ਲੜਾਈ ਲੜ ਰਿਹਾ ਸੀ। ਜਿਹੜੀ ਗੱਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮੰਜੀ ਸਾਹਿਬ ਦੀਵਾਨ ਹਾਲ ਦੀ ਸਟੇਜ ਤੋਂ ਗੱਜ ਵੱਜ ਕੇ ਕਿਹਾ ਕਰਦੇ ਸਨ ਕਿ ਜੇ ਪੁਲਿਸ ਨੇ ਜਾਂ ਫੌਜ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਗਲਤੀ ਕੀਤੀ ਤੇ ਕਿਤੇ ਭਲੇਖੇ 'ਚ ਨਾ ਰਵੇ ਫੌਜ ਜਾਂ ਪੁਲਿਸ, ਆਓ ਖੰਭਿਆਂ ਜਿਹੜੀਆਂ ਢੇਰੀਆਂ ਲਾਵਾਂਗੇ ਗੁਰੂ ਦੇ ਲਾਲ ਜਿਹੜੀਆਂ ਨੇ। ਤੇ ਇਹ ਜਿਹੜੀ ਆ ਭਾਰਤ ਸਰਕਾਰ ਯਾਦ ਰੱਖੂਗੀ ਕਿ ਕਿਸੇ ਧਾਰਮਿਕ ਸਥਾਨ ਤੇ ਕਿੱਦਾਂ ਹਮਲਾ ਕਰੀਦਾ ਵਾ ਤੇ ਕਿਸੇ ਕੌਮ ਨਾਲ ਕਿਵੇਂ ਪੰਗਾ ਲਈਦਾ ਵਾ। ਅਸੀਂ ਕੋਈ ਚੂੜੀਆਂ ਨਹੀਂ ਪਾਈਆਂ, ਅਸੀਂ ਸਰਬ ਲੋਹੇ ਦੇ ਕੜੇ ਪਾਏ ਆ। ਜਿਹੜਾ ਆਉਂਦਾ ਆਉਣ ਦੋ, ਅਸੀਂ ਨਹੀਂ ਜੱਠਾਂਗੇ, ਇਹ ਵੀ ਇਹਨਾਂ ਦਾ ਚਾਅ ਲਾ ਦਿਆਂਗੇ। ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਅਗਵਾਈ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਘੰਟਾ ਘਰ, ਬਾਬਾ ਦੀਪ ਸਿੰਘ ਵਾਲੀ ਡਿਓੜੀ ਤੇ ਲੰਗਰ ਹਾਲ, ਸ੍ਰੀ ਗੁਰੂ ਰਾਮਦਾਸ ਜੀ ਲੰਗਰ ਹਾਲ, ਸ੍ਰੀ ਗੁਰੂ ਰਾਮਦਾਸ ਜੀ ਲੰਗਰ ਹਾਲ ਦੇ ਸਾਹਮਣੇ ਜਿਹੜੀ ਡਿਓੜੀ, ਮੰਜੀ ਸਾਹਿਬ ਦੀਵਾਨ ਹਾਲ, ਸਰਾਂ,
ਬ੍ਰਹਮ ਬੂਟੇ ਦੇ ਸਾਹਮਣੇ ਜਿਹੜਾ ਵਾ ਕਾਰ ਰੈਸਟ ਹਾਊਸ ਸੀ, ਉੱਥੇ ਵੀ ਫੈਡਰੇਸ਼ਨ ਦੇ ਸਿੰਘਾਂ ਦੇ ਜਿਹੜੇ ਮੋਰਚੇ ਜਿਹੜੇ ਆ ਸੰਭਾਲੇ ਹੋਏ ਸੀ। ਪਾਣੀ ਵਾਲੀ ਟੈਂਕੀ ਤੇ ਜਿਹੜਾ ਮੋਰਚਾ ਸਪੈਸ਼ਲ ਅਸੀਂ ਸੰਭਾਲਿਆ ਹੋਇਆ ਸੀ। ਤੇ ਜਿਹੜੀ ਗੱਲ ਸੀ ਉਧਰ ਬਾਬਾ ਟੱਲ ਸਾਹਿਬ ਵਾਲੇ ਪਾਸੇ, ਉੱਥੇ ਤੇ ਗੁਰੂ ਨਾਨਕ ਨਿਵਾਸ ਤੇ ਇਹ ਦੋਵੇਂ ਜਿਹੜੀਆਂ ਨੇ ਬਿਲਡਿੰਗਾਂ ਇਹ ਬੱਬਰਾਂ ਦੇ ਕੋਲ ਸਨ। ਇੱਥੇ ਮੋਰਚੇ ਜਿਹੜਾ ਵਾ ਬੱਬਰਾਂ ਦੇ ਕੋਲ ਸਨ। 1 ਜੂਨ ਨੂੰ ਜਦੋਂ ਸੀਆਰਪੀ ਵੱਲੋਂ ਗੋਲੀ ਚੱਲਦੀ ਆ, ਇਹ ਗੋਲੀ ਦੀ ਸ਼ੁਰੂਆਤ ਸ੍ਰੀ ਅਕਾਲ ਤਖਤ ਸਾਹਿਬ ਦੇ ਬੈਕ ਸਾਈਡ ਤੋਂ ਸ਼ੁਰੂ ਹੁੰਦੀ ਆ। ਉਹ ਸੀਆਰਪੀ ਅੱਗੇ ਵੱਧਦੀ ਆ, ਕੋਈ ਸਿੰਘਾਂ ਨੂੰ ਫੜ ਲਈ, ਉੱਥੋਂ ਹੀ ਗੱਲ ਜਿਹੜੀ ਆ ਅੱਗੇ ਵੱਧਦੀ ਤੇ ਗੋਲੀ ਦਾ ਜਿਹੜਾ ਇੱਕ ਤਰਫਾ ਜਿਹੜਾ ਵਾ ਸੀਆਰਪੀ ਗੋਲੀ ਜਿਹੜੀ ਆ ਚਲਾਉਣੀ ਸ਼ੁਰੂ ਕਰ ਦਿੰਦੀ। ਤੇ ਜਨਰਲ ਸ਼ਬੇਕ ਸਿੰਘ ਜੀ ਦੀ ਹਦਾਇਤ ਸੀ ਵੀ ਜਦੋਂ ਵੀ ਭਾਰਤੀ ਫੌਜ ਦਰਬਾਰ ਸਾਹਿਬ ਤੇ ਹਮਲਾ ਕਰੇ ਤੇ ਯਕਦਮ ਆਪਾਂ ਗੋਲੀ ਜਿਹੜਾ ਵਾ ਨਹੀਂ ਚਲਾਉਣੀ। ਉਹਨਾਂ ਦੀ ਇਹ ਸੀ ਵੀ ਫੌਜ ਨੇ ਪਹਿਲਾਂ ਟੋਹ ਲਾਉਣੀ ਆ ਵੀ ਕਿਹੜੇ ਮੋਰਚੇ 'ਚ ਉਹ ਕਿੱਥੋਂ ਕਿਹੜੀ ਗੋਲੀ ਆ ਰਹੀ ਆ, ਕਿਹੜਾ ਮੋਰਚਾ ਕਿੱਥੇ ਕਿੰਨਾ ਕੰਮ ਕਰ ਰਿਹਾ, ਕਿਹੜੇ ਮੋਰਚੇ ਤੋਂ ਜ਼ਿਆਦਾ ਗੋਲੀ ਆ ਰਹੀ ਆ, ਤਾਕਤਵਰ ਗੋਲੀ ਆ ਰਹੀ ਹੈ। ਇਹਨਾਂ ਪਹਿਲਾਂ ਜਿਹੜੀ ਆ ਸ਼ਨਾਖਤ ਕਰਨੀ ਆ। ਪਹਿਲਾਂ ਇਹਨਾਂ ਨੂੰ ਤੁਸੀਂ ਆਪਣਾ ਚੱਲਣ ਦਿਓ। ਜਿਹੜੀ ਪਹਿਲਾਂ ਸਿੰਘ ਜਿਹੜੇ ਆ ਸ਼ਾਂਤ ਰਹੇ ਆ, ਪਰ ਜਦੋਂ ਇਹ ਹਟੇ ਨਹੀਂ ਆ ਸੀਆਰਪੀ ਵਾਲੇ, ਉਸ ਵੇਲੇ ਫਿਰ ਜਿਹੜੀ ਆ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ, ਜਨਰਲ ਸ਼ਬੇਕ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਨੇ ਹੁਕਮ ਕਰਤਾ ਕਿ ਭਾਈ ਹੁਣ ਤੁਸੀਂ ਵੀ ਜਿਹੜਾ ਵਾ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਆਪਣਾ ਜਿਹੜਾ ਵਾ ਫਾਇਰ ਖੋਲ ਦਿਓ। ਹੱਥਾਂ ਬਾਜ ਕਰਾ ਰਿਆਂ ਵੈਰੀ ਨਾ ਕਦੇ ਮਿੱਤ। ਇਹਨਾਂ ਹੁਣ ਏਦਾਂ ਨਹੀਂ ਹਟਣਾ। ਇਹਨਾਂ ਨੂੰ ਲੋਹੇ ਦੇ ਚਣੇ ਚਬਾਇਆ ਹੀ ਜਿਹੜਾ ਵਾ ਇਹਨਾਂ ਨੂੰ ਹੁਣ ਸਵਾਦ ਆਊਗਾ। ਉਦਾਂ ਇਹਨਾਂ ਜਿਹੜਾ ਵਾ ਪਿੱਛੇ ਜਿਹੜਾ ਨਹੀਂ ਹਟਣਾ। ਸੋ ਸਿੱਧੂ ਸਾਹਿਬ, ਇਹ ਜਿਹੜੀ ਇਤਿਹਾਸਕ ਜਿਹੜੀ ਜੰਗ ਸੀ, ਇਹ ਦੋ ਬਾਦਸ਼ਾਹਾਂ ਦੇ ਦਰਮਿਆਨ ਸੀ। ਇੱਕ ਪਾਸੇ ਭਾਰਤ ਦਾ ਬਾਦਸ਼ਾਹ ਸੀ ਇੰਦਰਾ ਗਾਂਧੀ, ਦੂਸਰੇ ਪਾਸੇ ਸਿੱਖਾਂ ਦਾ ਬਾਦਸ਼ਾਹ ਸੀ ਬੇਤਾਜ ਬਾਦਸ਼ਾਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ। ਦੂਸਰੀ ਗੱਲ, ਇਹ ਲੜਾਈ ਦੋ ਤਖਤਾਂ ਦੇ ਦਰਮਿਆਨ ਸੀ, ਸ੍ਰੀ ਅਕਾਲ ਤਖਤ ਸਾਹਿਬ ਦੇ ਦਰਮਿਆਨ ਤੇ ਦਿੱਲੀ ਤਖਤ ਦੇ ਦਰਮਿਆਨ। ਇਹਦੇ ਵਿਚਕਾਰ ਹੁਣ ਕੋਈ ਨਹੀਂ ਸੀ। ਸੋ ਇਹ ਲੜਾਈ ਜਿਹੜੀ ਆ ਕਰੋ ਤੇ ਮਰੋ ਦੀ ਲੜਾਈ ਜਿਹੜੀ ਆ, ਇਹ ਹੁਣ ਆਮੋ ਸਾਹਮਣੀ ਜਿਹੜੀ ਆ ਗਈ ਸੀ। ਇਹ ਲੜਾਈ ਬਣੀ ਕਿਉਂ? ਜੀ ਬਿਲਕੁਲ। ਇਸ ਲੜਾਈ ਦੇ ਮੁੱਦੇ ਤੇ ਮਸਾ ਮੈਂ ਤੁਹਾਡੇ ਕੋਲ ਦੁਬਾਰਾ ਸਵਾਲ ਲੈਣਾ ਹੈ। ਇੱਕ ਸਵਾਲ ਮੈਂ ਜਿਹੜਾ ਹੈਗਾ ਬ੍ਰਿਗੇਡੀਅਰ ਸਾਹਿਬ ਤੋਂ ਲੈਣਾ ਚਾਹਾਂਗਾ ਇਸੇ ਮੁੱਦੇ ਦੇ ਉੱਤੇ। ਮੈਂ ਦੁਬਾਰਾ ਆਉਣਾ ਤੁਹਾਡੇ ਕੋਲ ਪੋਮਾ ਜੀ। ਬ੍ਰਿਗੇਡੀਅਰ ਸਾਹਿਬ, ਜਿਹੜੀ ਆਪਾਂ ਜ਼ਿਕਰ ਅਕਸਰ ਜਿਹੜਾ ਹੈਗਾ ਡਿਬੇਟਸ ਦੇ ਵਿੱਚ ਜਦੋਂ ਵੀ ਸਵਾਲ ਉੱਠਦੇ ਆ, ਇਹ ਆਉਂਦਾ ਹੈਗਾ ਜਿੱਦਾਂ ਪੋਮਾ ਜੀ ਨੇ ਕਿਹਾ ਹੈ ਕਿ ਬਾਹਰਲੇ ਪਾਸੇ ਤੋਂ ਪਹਿਲਾਂ ਸੀਆਰਪੀ ਜਾਂ ਬੀਐਸਐਫ ਵੱਲੋਂ ਜਿਹੜੀ ਹੈਗੀ ਗੋਲੀ ਚਲਾਉਣੀ ਸ਼ੁਰੂ ਕੀਤੀ ਗਈ ਤੇ ਉਦੋਂ ਬਾਅਦ ਦੇ ਵਿੱਚ ਫਿਰ ਅੰਦਰੋਂ ਫਾਇਰਿੰਗ ਸ਼ੁਰੂ ਹੋਈ। ਤੁਹਾਡੀ ਕੀ ਰਾਏ ਹੈ ਕਿ ਫਾਇਰਿੰਗ ਦੋਨਾਂ ਪਾਸਿਆਂ ਤੋਂ ਦਵੱਲੀ ਹੋਈ ਜਾਂ ਪਹਿਲਾਂ ਬਾਹਰੋਂ ਸ਼ੁਰੂ ਹੋਈ ਜਾਂ ਅੰਦਰੋਂ ਸ਼ੁਰੂ ਹੋਈ? ਆਖਰ ਪਹਿਲ ਕਿਹੜੇ ਪਾਸਿਓਂ ਹੋਈ? ਗੱਲ ਜਿੱਧਰ ਨੂੰ ਵੱਧ ਕੇ ਗਈ ਉਹ ਬਾਅਦ ਜੋ ਨਤੀਜੇ ਆਏ ਆਪਾਂ ਸਾਰੇ ਜਾਣਦੇ ਹਾਂ। ਇਹ ਸਿੱਧੂ ਸਾਹਿਬ ਗਰਾਇਆ ਸਾਹਿਬ ਤੇ 3 ਨੂੰ ਆਉਂਦੇ ਆ, 4 ਨੂੰ ਆਉਂਦੇ ਆ। ਇਹ 3 ਇਹ ਪਹਿਲੀ ਨੂੰ ਤਾਂ ਹੁੰਦੇ ਹੀ ਨਹੀਂ ਉੱਥੇ ਅੱਗੇ ਜੀ। ਚਲੋ, ਇਹਨਾਂ ਨੇ ਜ਼ਿੰਮੇਵਾਰੀ ਉੱਥੇ ਜਿਹੜਾ ਹੈਗਾ ਉਸ ਸ਼ਹਿਰ ਦੇ ਵਿੱਚ ਜ਼ਿੰਮੇਵਾਰੀਆਂ ਹੈਗੀਆਂ ਤਾਂ ਸੰਭਾਲੀਆਂ ਹੀ ਸੀ। ਜਾਣਕਾਰੀ ਦੇ ਤੌਰ ਤੇ ਤਾਂ ਜਾਣਕਾਰੀ ਰੱਖਦੇ ਹੋਣਗੇ। ਬ੍ਰਿਗੇਡੀਅਰ ਸਾਹਿਬ, ਤੁਹਾਡੀ ਕੀ ਜਾਣਕਾਰੀ ਹੈ? ਪਿਛੋਕੜ 'ਚ ਕੀ ਇਨਫੋਰਮੇਸ਼ਨ ਸੀ? ਸਹਿਮਤ ਹਾਂ ਇੱਕ ਗੱਲ ਵੱਲੋਂ ਕਿ ਸੀਆਰਪੀ ਜਾਂ ਫੌਜ ਜਦੋਂ ਵੀ ਕਿਸੇ ਆਪਣੇ ਟਾਰਗੇਟ ਤੇ ਹਮਲਾ ਕਰਨਾ ਹੁੰਦਾ, ਉਸ ਤੋਂ ਪਹਿਲਾਂ ਛੋਟਾ ਫਾਇਰ ਕਰਕੇ ਟੋਕ ਕੇ ਦੇਖਦੇ ਨੇ ਕਿ ਜਿਹੜਾ ਅਗਲਾ ਪਾਸਾ ਹੈ ਉਹਨਾਂ ਦੇ ਹਥਿਆਰ ਕਿੱਥੇ ਨੇ, ਉਹਨਾਂ ਦੇ ਵੱਡੇ ਹਥਿਆਰ ਮਤਲਬ ਮਸ਼ੀਨ ਗੰਨਾਂ, ਉਹਨਾਂ ਦੇ ਰਾਕਟ ਲਾਂਚਰ, ਉਹਨਾਂ ਦੀ ਜਗ੍ਹਾ ਸਹੀ ਕਰਨ ਵਾਸਤੇ ਟੋਹ ਲੈਂਦੇ ਸੀ, ਟੋਹ ਲੈਂਦੇ ਨੇ। ਉਹ ਸੀਆਰਪੀ ਨੇ ਸ਼ੁਰੂ ਕੀਤਾ ਸੀ ਕੋਈ 3 ਤਰੀਕ ਨੂੰ। ਇਹਦੇ 'ਚ ਕੋਈ ਸ਼ੱਕ ਨਹੀਂ, ਕਿਉਂਕਿ ਸੀਆਰਪੀ ਨੇ ਚਾਰੋਂ ਪਾਸੇ ਪਹਿਲੀ ਨੂੰ ਪਤਾ ਨਹੀਂ, ਮੈਨੂੰ 3 ਨੂੰ ਤੇ ਮੈਂ ਗਿਆ ਤੇ ਮੇਰੇ ਸਾਹਮਣੇ ਵੀ ਇਹ ਹੋ ਰਹੀ ਸੀ। ਇਧਰੋਂ ਸੀਆਰਪੀ ਕੁਝ ਫਾਇਰ ਕਰਦੀ ਸੀ ਕੋਠਿਆਂ ਦੇ ਉੱਤੇ, ਛੱਤਾਂ ਦੇ ਉੱਤੇ, ਦੂਜੇ ਤੀਜੇ ਮੰਜ਼ਿਲ ਦੇ ਉੱਤੇ ਆਪਣੇ ਬੰਕਰ ਜੇ ਬਣਾਏ ਸੀ, ਉੱਥੋਂ ਫਾਇਰ ਕਰਦੇ ਸੀ। ਬ੍ਰਿਗੇਡੀਅਰ ਸਾਹਿਬ, ਅਹਿਮ ਮਾਮਲੇ ਤੇ ਤੁਸੀਂ ਗੱਲ ਕਰ ਰਹੇ ਹੋ। ਆਪਾਂ ਨੂੰ ਮਜਬੂਰੀ ਹੈ ਟੈਕਨੀਕਲ ਬ੍ਰੇਕ ਲੈਣ ਦੀ। ਇਸ ਤੋਂ ਬਾਅਦ ਮੈਂ ਦੁਬਾਰਾ ਤੁਹਾਡੇ ਵਾਲੇ ਇਸੇ ਮੁੱਦੇ ਤੇ ਹੀ ਆ ਰਿਹਾ। ਪਲੀਜ਼ ਲੈਣੇ ਇੱਕ ਛੋਟੀ ਜਿਹੀ ਬ੍ਰੇਕ। ਚਲੋ
ठीक है तो लेने एक छोटी जी ब्रेक तो बाद इन्हें मुद्दों ते आ रहे हैं वापस। श्री दरबार साहब ते फौजी हमले ਨੂੰ ਲੈ ਕੇ ਉਸ ਵੇਲੇ ਕਿਹੋ ਜਿਹਾ ਮਾਹੌਲ ਸੀ ਤੇ ਕਿਸ ਪਾਸੇ ਤੋਂ ਗੋਲੀਬਾਰੀ ਸ਼ੁਰੂ ਹੋਈ ਤੇ ਕਿਹੜੀਆਂ ਤਰ੍ਹਾਂ ਉਸ ਲੜਾਈ ਦੇ ਵਿੱਚ ਕਿਵੇਂ ਜੂਝੀਆਂ। ਬਹੁਤ ਸਾਰੇ ਸਵਾਲ ਹੈ ਜਿਹੜੇ ਅਕਸਰ ਜਿਹੜੇ ਹੈਗੇ ਆ ਉੱਠਦੇ ਆ ਰਹੇ ਤੇ ਉੱਠਦੇ ਰਹਿਣਗੇ। ਇਹਨਾਂ ਮੁੱਦਿਆਂ ਤੇ ਕਰਾਂਗੇ ਚਰਚਾ ਹੁਣ ਅਸੀਂ ਨਿੱਕੀ ਜੀ ਬ੍ਰੇਕ ਦੇ ਬਾਅਦ। ਨਜ਼ਰੀਆ ਦੀ ਡਿਬੇਟ ਦਰਸ਼ਕਾਂ ਦਾ ਸਵਾਗਤ। ਬ੍ਰਿਗੇਡੀਅਰ ਸਾਹਿਬ ਤੁਸੀਂ ਜਿਸ ਮਾਮਲੇ ਤੇ ਗੱਲ ਕਰ ਰਹੇ ਸੀ 1 ਜੂਨ ਦੀ ਜਾਂ 3 ਜੂਨ ਦਾ ਤੁਸੀਂ ਜ਼ਿਕਰ ਕਰ ਰਹੇ ਸੀ ਜਦੋਂ ਗੋਲਾਬਾਰੀ ਸ਼ੁਰੂ ਹੋਈ ਉਹਦੇ ਬਾਰੇ ਤੁਸੀਂ ਆਪਣੇ ਕਮੈਂਟਸ ਕਰ ਰਹੇ ਸੀ। ਆਪਾਂ ਨੂੰ ਬ੍ਰੇਕ ਲੈਣੀ ਪਈ, ਪਲੀਜ਼ ਆਪਣੀ ਗੱਲ ਕੰਟੀਨਿਊ ਰੱਖੋ। ਹੁਣ ਸ਼ੁਰੂ ਹੋ ਗਿਆ। ਅੱਛਾ ਜੀ ਇਹ ਸਹੀ ਗੱਲ ਹੈ ਜਿਸ ਤਰ੍ਹਾਂ ਮਨਜੀਤ ਸਿੰਘ ਜੀ ਨੇ ਦੱਸਿਆ ਹੈ ਕਿ ਪਹਿਲਾਂ ਸੀਆਰਪੀ ਵਾਲਿਆਂ ਨੇ ਫਾਇਰ ਕਰਕੇ ਪਤਾ ਕਰਨਾ, ਜਿਵੇਂ ਜਨਰਲ ਸ਼ਬੀਰ ਸਿੰਘ ਉਹ ਵੀ ਤਾਂ ਫੌਜੀ ਸੀਗੇ ਨਾ, ਤੇ ਫੌਜੀਆਂ ਦੀ ਟ੍ਰੇਨਿੰਗ ਹੀ ਇਹੋ ਹੀ ਹੈ ਕਿ ਪਹਿਲਾਂ ਦੁਸ਼ਮਣ ਦੇ ਉੱਤੇ ਫਾਇਰ ਕਰਕੇ ਪਤਾ ਕਰੋ ਕਿ ਉਹਦੇ ਹਥਿਆਰ ਕਿੱਥੇ ਨੇ ਤੇ ਕਿੱਥੇ ਘੱਟ ਨੇ ਹਥਿਆਰਾਂ ਦੀ ਗਿਣਤੀ ਤੇ ਕਿੱਥੇ ਜ਼ਿਆਦਾ ਹੈ। ਇਹਦੇ 'ਚ ਕੋਈ ਸ਼ੱਕ ਨਹੀਂ। ਉਹ ਜਿਹੜੀਆਂ ਗੋਲੀਆਂ ਚੱਲੀਆਂ ਸੀ ਪਹਿਲੀ ਤੀਰ ਦੇ, ਇਹਨਾਂ ਦੇ ਕਹਿਣ ਦੇ ਮੁਤਾਬਕ ਪਹਿਲੀ ਤੋਂ, ਤੇ ਮੇਰੇ ਕਹਿਣ ਦੇ ਮੁਤਾਬਕ ਤੀਸਰੀ 3 ਜੂਨ ਤੋਂ। ਚਲੋ ਕਦੇ ਵੀ ਹੋਵੇ, 3 ਹੋਵੇ, ਪਹਿਲੀ ਹੋਵੇ, ਦੋਨੋਂ ਪਾਸੇ ਗੋਲੀਆਂ ਚੱਲੀਆਂ। ਉਹਨਾਂ ਗੋਲੀਆਂ ਦਾ ਜਵਾਬ ਵੀ ਆਉਂਦਾ ਸੀ ਉਧਰੋਂ। ਘੰਟਾ ਘਰ ਵਾਲੀ ਜਿਹੜੀ 3 ਮੰਜ਼ਿਲਾ ਬਿਲਡਿੰਗ ਸੀ ਘੰਟਾ ਘਰ ਵਾਲੇ ਪਾਸੇ, ਹਰ ਇੱਕ ਖਿੜਕੀ ਦੇ ਵਿੱਚ ਕੋਈ ਨਾ ਕੋਈ ਹਥਿਆਰ ਸੀ। ਕਿਸੇ 'ਚ LMG ਸੀ, ਕਿਸੇ 'ਚ ਰਾਈਫਲਾਂ ਵਾਲੇ ਜਵਾਨ ਖੜੇ ਸੀ ਤੇ ਅੱਗੋਂ ਜਵਾਬ ਦਿੰਦੇ ਸੀ। ਔਰ ਉਸੇ ਵੇਲੇ 3 ਤਾਰੀਖ ਨੂੰ ਮੈਂ ਜਦੋਂ ਗਿਆ, ਮੈਂ ਤੇ ਇੱਕ ਕਰਨਲ ਫਰਨੈਂਡਿਸ ਦੂਸਰੀ ਨਾਲ ਦੀ ਡਿਵੀਜ਼ਨ ਜਿਹੜੀ ਸੀ ਉਹਨਾਂ ਦਾ ਸੀ ਮੇਰਾ, ਉਹ ਵੀ ਕਰਨਲ ਐਡਮ ਸੀ ਆਪਣੀ 9 ਡਿਵੀਜ਼ਨ ਦਾ। ਉਸ ਵੇਲੇ ਅਸੀਂ ਇਹ ਨਜ਼ਾਰਾ ਦੇਖਿਆ। ਇੱਧਰੋਂ ਇੱਕ ਜੀ ਡਿਸਟ੍ਰਿਕਟ ਹੈਡਕੁਆਟਰ ਆਪਣੇ DC ਸਾਹਿਬ ਦੀ ਜਾਂ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਵੱਲੋਂ ਇੱਕ ਪਬਲਿਸਿਟੀ ਵੈਨ ਉੱਥੇ ਖੜੀ ਸੀ। ਉਹਦੇ ਉੱਤੇ ਉਹ PA ਸਿਸਟਮ ਲੱਗਾ ਸੀ ਤੇ ਇੱਕ ਆਦਮੀ ਬਾਰ-ਬਾਰ ਅਨਾਉਂਸਮੈਂਟ ਕਰ ਰਿਹਾ ਸੀ ਕਿ ਬੇਨਤੀ ਹੈ ਜਿਹੜੇ ਸ਼ਰਧਾਲੂ ਦਰਬਾਰ ਸਾਹਿਬ ਦੇ ਅੰਦਰ ਨੇ, ਜਿਹੜੇ ਬਾਹਰ ਨਿਕਲਣਾ ਚਾਹਣ ਉਹ ਨਿਕਲ ਆਉਣ, ਉਹਨਾਂ ਦੇ ਉੱਤੇ ਕੋਈ ਗੋਲੀ ਨਹੀਂ ਚਲਾਈ ਜਾਏਗੀ ਤੇ ਇਸ ਤਰ੍ਹਾਂ ਕਰਕੇ। ਲੇਕਿਨ ਜਦੋਂ ਇਹ ਅਨਾਉਂਸਮੈਂਟ ਕਰ ਰਿਹਾ ਸੀ, ਸਿਰਫ ਟੋਟਲ ਦੀ ਅਨਾਉਂਸਮੈਂਟ ਸੀ, ਅੰਦਰ ਤੱਕ ਤੇ ਆਵਾਜ਼ ਜਾ ਹੀ ਨਹੀਂ ਸੀ ਸਕਦੀ। ਔਰ ਜਦੋਂ ਅਨਾਉਂਸਮੈਂਟ ਹੁੰਦੀ ਸੀ ਦੂਸਰੇ ਪਾਸੋਂ ਘੰਟਾ ਘਰ ਵਾਲੇ ਪਾਸੇ ਜਿਹੜੇ ਮੋਰਚੇ ਸੀ, ਖੜਕੂਆਂ ਦੇ ਮੋਰਚੇ ਸੀ, ਉਧਰੋਂ ਜਵਾਬ ਦੇ ਵਿੱਚ ਇੱਕ ਬਰਸ ਆਉਂਦਾ ਸੀ ਗੋਲੀਆਂ ਦਾ, ਕਿ ਤਾਂ ਕਿ ਮਤਲਬ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਇਹ ਕੀ ਚਾਹੁੰਦੇ ਹੋ, ਲੋਕ ਬਾਹਰ ਨਿਕਲ ਆਉਣਗੇ। ਇਹ ਬਿਲਕੁਲ ਨਹੀਂ ਹੋ ਸਕਦਾ। ਕੁਝ ਲੋਕਾਂ ਦੀਆਂ ਲਾਸ਼ਾਂ ਘੰਟਾ ਘਰ ਦੇ ਸਾਹਮਣੇ ਜਿਹੜੀ ਖੁੱਲੀ ਜਗ੍ਹਾ ਉੱਥੇ ਵੀ ਪਈਆਂ ਸੀ, ਕੁਝ 8-10 ਲਾਸ਼ਾਂ ਦੂਰੋਂ ਦਿਸਦੀਆਂ ਸੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਾਂ ਇਸ ਗੋਲੀ ਤੋਂ ਡਰਦੇ ਤੇ ਜਾਂ ਵੈਸੇ ਲੋਕਾਂ ਨੂੰ ਆਵਾਜ਼ ਹੀ ਨਹੀਂ ਪਹੁੰਚੀ, ਕਿਉਂਕਿ ਕੋਈ ਲੋਕ ਕਮਰਿਆਂ 'ਚ ਸੀ, ਕੋਈ ਬਰਾਂਡਿਆਂ 'ਚ ਸੀ, ਕੋਈ ਸਰਾਹ ਵਾਲੇ ਪਾਸੇ ਸੀ। ਉੱਥੋਂ ਤੱਕ ਇਹ ਆਵਾਜ਼ ਨਹੀਂ ਪਹੁੰਚ ਸਕੀ ਕਿ ਬਾਹਰ ਆਉਣ ਦੀ ਜਿਹੜੀ ਉਹਨਾਂ ਨੂੰ ਬੁਲਾਵਾ ਦਿੱਤਾ ਜਾ ਰਿਹਾ ਸੀ। ਸੋ ਇਹ ਕਹਾਣੀ ਇੱਥੇ ਖਤਮ ਹੋਈ। ਹੋਰ ਪੁੱਛੋ ਤੁਸੀਂ। ਬ੍ਰਿਗੇਡੀਅਰ ਸਾਹਿਬ ਇਹਦੇ ਨਾਲ ਹੀ ਜੁੜਿਆ ਵਾ ਸਵਾਲ ਮੈਂ ਲੈਣਾ ਚਾਹਾਂਗਾ। ਜਦੋਂ ਤੁਸੀਂ ਕਹਿ ਰਹੇ ਹੋ ਕਿ ਜਿਸ ਤਰੀਕੇ ਨਾਲ ਉੱਥੇ ਮਾਹੌਲ ਬਣਿਆ ਹੋਇਆ ਸੀਗਾ, ਇੱਕ ਸਵਾਲ ਜਿਹੜਾ ਹੈਗਾ ਇਹ ਬਾਰ-ਬਾਰ ਇਹ ਵੀ ਉੱਭਰ ਕੇ ਆਉਂਦਾ ਹੈ ਕਿ ਕੀ ਜਿਹੜਾ ਹਮਲੇ ਦੀ ਆਪਾਂ ਗੱਲ ਕਰਦੇ ਹਾਂ, ਫੌਜ ਦੀ ਤਿਆਰੀ ਦੀ ਗੱਲ ਕਰਦੇ ਹਾਂ, ਅੰਦਰ ਵੀ ਆਪਣੇ ਤੌਰ 'ਤੇ ਉਹਨਾਂ ਦੀਆਂ ਤਿਆਰੀਆਂ ਹੋਣਗੀਆਂ ਜਿੱਦਾਂ ਭੋਮਾ ਜੀ ਕਹਿ ਰਹੇ ਹੈ, ਕੀ ਇਹ ਬਕਾਇਦਾ ਜਿਹੜਾ ਹੈਗਾ ਜੋ ਕੁਝ ਉੱਥੇ ਵਰਤਾਰਾ ਵਾਪਰਿਆ ਬਕਾਇਦਾ ਯੋਜਨਾਬੱਧ ਢੰਗ ਨਾਲ ਕਿ ਪਹਿਲਾਂ ਤਿਆਰੀ ਸੀ ਵੀ ਹਾਂ ਅੰਦਰ ਜਾਣਾ ਹੀ ਜਾਣਾ ਹੈ? ਕਿਉਂਕਿ ਜਿਹੜੀਆਂ ਮੈਨੂੰ ਚੰਡੀਗੜ੍ਹ ਤੋਂ ਇਨਫੋਰਮੇਸ਼ਨ ਮਿਲੀ ਹੈ ਉਹਦੇ ਮੁਤਾਬਕ ਇਹ ਸੀ ਜਿਹੜੇ ਪੰਜਾਬ ਦੇ ਮੁੱਖ ਸਕੱਤਰ ਸੀਗੇ ਉਸ ਵੇਲੇ ਪੰਜਾਬ ਦੇ ਗਵਰਨਰ ਸੀ ਮਿਸਟਰ ਪਾਂਡੇ, ਉਹਨਾਂ ਨੇ ਜਿਹੜੀ ਮੀਟਿੰਗ ਕੀਤੀ ਚੰਡੀਗੜ੍ਹ ਦੇ ਵਿੱਚ, ਉਹਨਾਂ ਨੇ ਇੰਦਰਾ ਗਾਂਧੀ ਦਾ ਲਿਆ ਕੇ ਸੁਨੇਹਾ ਦਿੱਤਾ ਕਿ ਬਈ ਫੌਜ ਜਿਹੜੀ ਹੈਗੀ ਆ ਦਰਬਾਰ ਸਾਹਿਬ 'ਚ ਦਾਖਲ ਉਸ ਢੰਗ ਨਾਲ ਤਿਆਰੀ ਕਰ ਲਓ। ਸੋ ਸਮਝਿਆ ਜਾਵੇ ਕਿ ਬਕਾਇਦਾ ਜਿਹੜੀ ਫੌਜ ਉੱਥੇ ਆਈ ਜਾਂ ਪੰਜਾਬ 'ਤੇ ਜਿਹੜਾ ਸਾਰਾ ਪੰਜਾਬ ਨੂੰ ਕਾਬੂ ਕੀਤਾ ਗਿਆ, ਉਹ ਪਹਿਲਾਂ ਬਿਲਕੁਲ ਇੱਕ ਤਿਆਰੀ ਦੇ ਨਾਲ ਆਈ ਫੌਜ ਜਿਹੜੀ ਹੈਗੀ ਤੈਅ ਸੀ ਇਹ ਸਾਰਾ ਕੁਝ। ਹਾਂ ਬਿਲਕੁਲ, ਜਿਵੇਂ ਅੱਜ ਕੱਲ੍ਹ ਲੋਕਡਾਊਨ ਹੋ ਰਿਹਾ ਉਦੋਂ ਵੀ ਪੂਰੇ ਪੰਜਾਬ ਦਾ ਲੋਕਡਾਊਨ ਹੋ ਗਿਆ ਸੀ। ਪੂਰੇ ਪੰਜਾਬ ਦੇ ਵਿੱਚ ਆਵਾਜਾਈ ਬਿਲਕੁਲ ਖਤਮ, ਟੈਲੀਫੋਨ ਖਤਮ, ਕੋਈ ਹੋਰ ਸਾਧਨ ਜਿਹੜੇ ਆ ਗੱਲਬਾਤ ਕਰਨ ਦੇ ਸਭ ਕੁਝ ਖਤਮ ਸੀ। ਤਾਂ ਬਿਲਕੁਲ 3 ਤਾਰੀਖ ਤੋਂ ਬਾਅਦ ਕਰਫਿਊ ਸੀ, ਹਰ ਇੱਕ ਵੱਡੇ ਖਾਸ ਤੌਰ 'ਤੇ ਅੰਮ੍ਰਿਤਸਰ ਦੇ ਵਿੱਚ ਕਰਫਿਊ ਸੀ। ਇਸ ਕਰਕੇ ਕੋਈ ਆ ਜਾ ਨਹੀਂ ਸੀ ਸਕਦਾ। ਔਰ ਦੂਸਰਾ
ਇਹ ਜਾਣਕਾਰੀ ਕਿ ਫੌਜ ਨੇ ਫਲਾਣੇ ਦਿਨ ਨੂੰ ਹਮਲਾ ਕਰਨਾ ਹੈ ਜਾਂ ਫੌਜ ਨੇ ਅੰਦਰ ਆਉਣਾ ਹੈ, ਜਾਂ ਇਹ ਮੇਰੇ ਖਿਆਲ 'ਚ ਇਹ ਨਹੀਂ ਦਿੱਤੀ ਗਈ ਕਿਸੇ ਨੂੰ ਜਾਣਕਾਰੀ। ਇਹ ਬਿਲਕੁਲ ਟੌਪ ਸੀਕ੍ਰੇਟ ਸੀ। ਇੱਥੋਂ ਤੱਕ ਕਿ ਪਰ ਸਰ ਜਿਹੜੀ ਕਹਿ ਮੇਰੀ ਦਿੰਦਾ ਕਿ division ਮੇਰੇ ਦੀ- ਡਿਵੀਜ਼ਨ ਜਿਹੜੀ ਹੈਗੀ ਹੈ 9 ਡਿਗ ਜਿਹੜੀ ਹੈਗੀ ਹੈ ਉਹ ਉੱਥੋਂ ਮੂਵ ਹਾਂਜੀ। ਕੀਤੀ ਸੀ, ਤਾਂ ਉਹਨੂੰ ਪਹਿਲਾਂ ਹੀ ਮੈਸੇਜ ਸੀਗਾ ਕਿ ਪੰਜਾਬ 'ਚ ਜਾ ਕੇ ਤੁਸੀਂ ਘੇਰਾਬੰਦੀ ਕਰਨੀ ਹੈ। ਵਿਉਂ ਤਾਂ ਤਿਆਰ ਸੀ ਨਾ ਪਹਿਲਾਂ ਸਾਰੀ। ਖੈਰ ਇਹ ਠੀਕ ਹੈ ਕਿ ਜਨਰਲ ਬਰਾੜ ਸੀਕ੍ਰੇਟ ਦੇ- ਹੋਏਗਾ, ਦਿਨ ਬਾਰੇ ਨਹੀਂ ਪਤਾ ਹੋਏਗਾ। ਨਹੀਂ, ਦਿਨ ਦਾ ਨਹੀਂ ਸੀ ਪਤਾ। ਜਨਰਲ ਬਰਾੜ ਦੇ ਕਹਿਣ ਦੇ ਮੁਤਾਬਕ ਉਹਨਾਂ ਨੂੰ ਬੁਲਾ ਕੇ ਦਿੱਲੀ ਦੇ ਵਿੱਚ ਇਹ ਕੰਮ ਦਿੱਤਾ ਗਿਆ, ਪ੍ਰਧਾਨ ਮੰਤਰੀ ਵੱਲੋਂ ਆਪ ਸੌਂਪਿਆ ਗਿਆ ਇਹ ਕੰਮ। ਤੇ ਜੀ ਉਹ ਉਹਨਾਂ ਦੀ ਡਿਵੀਜ਼ਨ ਜਿਹੜੀ ਹੈ ਇੱਥੇ ਆਉਣੀ ਸ਼ੁਰੂ ਹੋਈ ਹੈ ਕੋਈ 31 ਮਈ ਜਾਂ ਪਹਿਲੀ 2 ਜੂਨ ਆਸ-ਪਾਸ ਹੈ, ਤੇ ਮਈ ਦੇ ਐਂਡ ਜਾਂ ਜੂਨ ਦੇ ਸ਼ੁਰੂ 'ਚ 2-3 ਦਿਨ ਤੱਕ ਗੱਡੀਆਂ ਆਉਂਦੀਆਂ ਰਹੀਆਂ ਉਹਨਾਂ ਦਾ, ਤੇ ਸਾਡੀ ਡਿਵੀਜ਼ਨ ਦੇ ਕੋਲ ਹੀ ਉਹਨਾਂ ਦਾ ਕੈਂਪ ਲੱਗਦਾ ਰਿਹਾ। ਤੇ ਉੱਥੋਂ ਸਾਨੂੰ Okay. ਅੰਦਾਜ਼ਾ ਲਗਾ ਸਕਦਾ ਸੀ, ਕਿਉਂਕਿ ਮੈਂ ਵੀ ਫੌਜੀ ਸੀਗੀ ਤੇ ਬਾਕੀ ਸਾਰੇ ਫੌਜੀ, ਜੋ ਕੋਈ ਵੀ ਫੌਜੀ ਹੈ, ਉਹਨਾਂ ਨੂੰ ਅੰਦਾਜ਼ਾ ਲਗਾ ਸਕਦੇ ਸੀ ਕਿ ਜਾਂ ਤੇ ਦੂਸਰੀ ਬਾਹਰ ਦੀ ਡਿਵੀਜ਼ਨ ਇੱਥੇ ਆਈ ਹੈ ਤੇ ਕੋਈ ਸਕੀਮ ਕਰਨੀ ਹੈ, ਫੌਜੀ ਸਕੀਮ ਕਰਨੀ ਹੈ, ਐਕਸਰਸਾਈਜ਼ ਕਰਨੀ ਹੈ। ਪਰ ਉਹ ਵੇਲਾ ਕੋਈ ਐਸਾ ਹੈ ਨਹੀਂ ਸੀ, ਕੋਈ ਇਹੋ ਜਿਹਾ ਹੁਕਮ ਨਹੀਂ ਸੀ, ਤੇ ਇਹੋ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਇਹ ਕੋਈ ਕਾਰਵਾਈ ਕਰਨ ਵਾਸਤੇ ਆਏ ਨੇ ਦਰਬਾਰ ਸਾਹਿਬ ਦੇ ਵਿੱਚ। ਜੀ ਇੱਕ ਸਵਾਲ ਜਿਹੜਾ ਹੋਰ ਗੁਰਗ੍ਰਹਿ ਸਾਹਿਬ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਬਿਲਕੁਲ ਅੰਦਾਜ਼ਾ ਲਾਇਆ ਜਾ ਸਕਦਾ ਸੀ। ਤੁਸੀਂ ਜਦੋਂ ਬਰਾੜ ਦੀ ਗੱਲ ਕੀਤੀ ਹੈ, ਕਿਹਾ ਗਿਆ ਕਿ ਬਰਾੜ ਉਹਨਾਂ ਦਿਨਾਂ ਦੇ ਵਿੱਚ ਫੌਰਨ 'ਚ ਛੁੱਟੀ ਜਾ ਰਹੇ ਸੀ, ਉਹਨਾਂ ਦੀ ਛੁੱਟੀ ਰੱਦ ਕਰਕੇ ਉਹਨਾਂ ਨੂੰ ਵਾਪਸ ਬੁਲਾਇਆ ਗਿਆ ਇਹ ਨਵੀਂ ਅਸਾਈਨਮੈਂਟ ਜ਼ਿੰਮੇਵਾਰੀ ਦੇਣ ਦੇ ਲਈ। ਇਹ ਠੀਕ ਹੈ ਗੱਲ? ਹੋ ਸਕਦਾ, ਕਿਉਂਕਿ ਇਹ ਤੇ ਉਹਨਾਂ ਦਾ ਕਹਿਣਾ ਹੈ ਨਾ। ਮੈਂ ਉਹ ਬਰਾੜ ਸਾਹਿਬ ਇਹ ਜੀ। ਕਹਿੰਦੇ ਨੇ ਤੇ ਉਹ ਸੱਚ ਵੀ ਹੋ ਸਕਦਾ। ਬਿਲਕੁਲ ਠੀਕ ਹੈ। ਜੀ ਲੈਣਾ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ ਇਸੇ ਅਹਿਮ ਮੁੱਦੇ ਤੇ ਆ ਰਹੇ ਹਾਂ ਵਾਪਸ। ਨਜ਼ਰੀਏ ਦੀ ਡਿਬੇਟ ਦਰਸ਼ਕਾਂ ਦਾ ਸਵਾਗਤ ਹੈ। ਸਾਡੇ ਨਾਲ ਇਹਨਾਂ ਮੁੱਦਿਆਂ ਤੇ ਚਰਚਾ ਕਰਨ ਲਈ ਜੁੜ ਚੁੱਕੇ ਨੇ ਬ੍ਰਿਗੇਡੀਅਰ ਓਂਕਾਰ ਸਿੰਘ ਗੁਰਾਇਆ, ਮਨਜੀਤ ਸਿੰਘ ਭੁੰਮਾ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸੀਨੀਅਰ ਨੇਤਾ। ਗੁਰਾਇਆ ਸਾਹਿਬ, ਜਿੱਦਾਂ ਤੁਸੀਂ ਕਹਿ ਹੀ ਰਹੇ ਹੋ ਕਿ 3 ਜੂਨ ਤੋਂ ਬਾਅਦ ਤੁਸੀਂ ਬਕਾਇਦਾ ਸਾਰਾ ਜਿਹੜਾ ਉੱਥੇ ਆਪਰੇਸ਼ਨ ਚੱਲ ਰਿਹਾ ਸੀ ਉਹਨੂੰ ਨਜ਼ਦੀਕ ਤੋਂ ਦੇਖਿਆ, ਉੱਥੇ ਜਿਹੜੀਆਂ ਜ਼ਿੰਮੇਵਾਰੀਆਂ ਸੀ ਆਪਣੇ ਤੌਰ ਤੇ ਨਿਭਾਉਣ ਲਈ ਤੁਸੀਂ ਉਹ ਵੀ ਨਿਭਾ ਰਹੇ ਸੀ। ਇੱਕ ਗੱਲ ਜਿਹੜੀ ਬੜੀ ਅਹਿਮ ਹੈ ਕਿ ਜਿੱਦਾਂ ਫੌਜ ਆਈ ਸੀ ਤਿਆਰੀ ਦੇ ਨਾਲ, ਉਹਨਾਂ ਨੂੰ ਸ਼ਾਇਦ ਅੰਦਾਜ਼ਾ ਨਹੀਂ ਹੋਏਗਾ ਕਿ ਅੰਦਰੋਂ ਇੰਨੀ ਸਖਤ ਟੱਕਰ ਜਿਹੜੀ ਕਿ ਦੇਣੀ ਪਏਗੀ ਜਾਂ ਸਖਤ ਟੱਕਰ ਹੋਏਗੀ। ਕਿਹਾ ਜਾਂਦਾ ਹੈ ਕਿ ਇੱਕ ਦੋ ਮੌਕੇ ਉਹ ਵੀ ਜੇ ਵੀ ਆਏ ਜਦੋਂ ਜਿਹੜੇ ਮਿਲਟਰੀ ਦੇ ਸੀਨੀਅਰ ਜਿਹੜੇ ਅਫੀਸਰ ਸੀ ਉਹਨਾਂ ਨੂੰ ਮਹਿਸੂਸ ਹੋਇਆ ਕਿ ਅੰਦਰੋਂ ਬਹੁਤ ਸਖਤ ਚੁਣੌਤੀ, ਬਹੁਤ ਸਖਤ ਟੱਕਰ ਦਿੱਤੀ ਜਾ ਰਹੀ ਹੈ, ਜਿਹੜੀ ਉਹਨਾਂ ਨੂੰ ਉਮੀਦ ਨਹੀਂ ਸੀ। ਕੋਈ ਇਹੋ ਜਿਹੀ ਭਾਵਨਾਵਾਂ ਉਸ ਵੇਲੇ ਦੇਖਣ ਨੂੰ ਮਿਲੀਆਂ ਮਿਲਟਰੀ ਦੇ ਅੰਦਰ? ਇਹ 'ਚ ਕੋਈ ਸ਼ੱਕ ਨਹੀਂ। ਹਾਂ, ਇਹ 'ਚ ਕੋਈ ਸ਼ੱਕ ਨਹੀਂ ਕਿ ਜਿੰਨਾ। ਚਲੋ ਤੁਸੀਂ ਦੱਸੋ। ਕੁਮਾ ਜੀ ਮੈਂ ਆ ਰਿਹਾ, ਇਸ ਤੋਂ ਬਾਅਦ ਤੁਹਾਡੇ ਵੱਲ ਹੀ ਆ ਰਿਹਾ। ਚਲੋ ਠੀਕ। ਨਹੀਂ, ਇਹ 'ਚ ਕੋਈ ਸ਼ੱਕ ਨਹੀਂ ਕਿ ਫੌਜ ਨੂੰ ਇੰਨੇ ਜ਼ਬਰਦਸਤ ਮੁਕਾਬਲੇ ਦੀ ਉਮੀਦ ਨਹੀਂ ਸੀ। ਉਹਨਾਂ ਸਮਝਿਆ ਕਿ 200-250 ਮੁੰਡੇ ਹੋਣਗੇ, ਅਨਟ੍ਰੇਨਡ ਮੁੰਡੇ ਨੇ, ਪਿੰਡਾਂ ਦੇ ਮੁੰਡੇ ਨੇ, ਕਿਸੇ ਕੋਲ ਤੋੜੇ ਦੀ ਰਾਈਫਲ ਹੈ, ਕਿਸੇ ਕੋਲ ਦੁਨਾਲੀ ਹੈ, ਕਿਸੇ ਕੋਲ 303 ਦੀ ਰਾਈਫਲ ਹੈ, ਤੇ ਟ੍ਰੇਨਿੰਗ ਵੀ ਇਹਨਾਂ ਦੀ ਉਨੀ ਕੀ ਹੈ। ਤੇ ਇਸ ਕਰਕੇ ਥੋੜੀ ਦੇਰ ਜਦੋਂ ਵੱਡੇ ਵੱਡੇ ਬੰਬ ਮਾਰੇ ਅਸੀਂ ਤੇ ਤੋਪਾਂ ਮਾਰੀਆਂ ਤੇ ਇਹ ਕੀਤਾ ਉਹ ਕੀਤਾ, ਤੇ ਇਹ ਆਪੇ ਹੀ ਹਥਿਆਰ ਸੁੱਟ ਕੇ ਤੇ ਹੱਥ ਉਠਾ ਕਰਕੇ ਆ ਜਾਣਗੇ ਜਾਂ ਕੋਸ਼ਿਸ਼ ਕਰਨਗੇ ਕਿ ਦਰਬਾਰ ਸਾਹਿਬ ਤੋਂ ਬਾਹਰ ਭੱਜ ਕੇ ਨਿਕਲ ਜਾਈਏ। ਤੇ ਇਹ ਜਿਹੜੀ ਚੀਜ਼ ਹੈ ਇਹ ਗਲਤ ਸਾਬਤ ਹੋਈ। ਇੱਕ ਸੈਕਿੰਡ ਭੁੰਮਾ ਸਾਹਿਬ ਆ ਰਹੇ हैं। तो एक टाइम रात ਦੇ ਵੇਲੇ ऐसा आया कि जनरल बरार भी ਉਹ ਸੋਚ ਰਹੇ ਸੀ ਕਿ ਇਹ ਤੇ ਗੱਲ ਦਿਨ ਤੇ ਚੜ ਜਾਣਾ ਹੈ, ਦਿਨ ਚੜ੍ਹਨ ਵਾਲਾ ਹੈ, ਤੇ ਮੈਂ ਤੇ ਇਹ ਵਾਅਦਾ ਕੀਤਾ ਸੀ ਕਿ ਮੈਂ ਦਿਨ ਚੜ੍ਹੇ ਤੋਂ ਪਹਿਲਾਂ ਸਭ ਕੁਝ ਖਾਲੀ ਕਰਕੇ ਦੱਸਾਂਗਾ। तो ਇਸ ਕਰਕੇ ਉਹਨਾਂ ਨੇ ਸੋਚਿਆ ਕਿ ਕੋਈ ਵੱਡਾ ਹਥਿਆਰ ਹੀ ਇਸਤੇਮਾਲ ਕਰਨਾ ਪੈਣਾ ਹੈ, ਕਿਉਂਕਿ ਅਕਾਲ ਤਖਤ ਦੇ ਉੱਤੇ ਜਦੋਂ ਕਾਰਵਾਈ ਕੀਤੀ 2 ਵਾਰੀ 3 ਵਾਰੀ ਹੈ ਤੇ ਬਹੁਤ ਬੁਰੀ ਤਰ੍ਹਾਂ ਅੰਦਰੋਂ ਫਾਇਰ ਆਇਆ, ਤੇ ਜਿਹੜੀ ਵੀ ਯੂਨਿਟਾਂ ਗਈਆਂ ਉਹ ਕਮਾਂਡੋ ਵਾਲੀ ਵੀ ਇੱਕ ਯੂਨਿਟ ਸੀ, ਇਹਨਾਂ ਸਾਰੇ ਹੀ ਕਾਫੀ ਕੈਜੁਅਲਟੀ ਲੈ ਕੇ ਪਿੱਛੇ ਨੂੰ ਭੱਜੇ। ਤੇ ਉਸ ਵੇਲੇ ਕਾਫੀ ਮਾਯੂਸੀ ਸੀ ਫੌਜ ਵੱਲੋਂ, ਜਨਰਲ ਬਰਾਰ ਦੀ ਵੀ। ਫਿਰ ਉਹ ਕਹਿਣ ਤੇ ਉਹਨਾਂ ਨੇ ਇਜਾਜ਼ਤ ਲਈ ਕਿ ਕੀ ਅਸੀਂ ਟੈਂਕ ਇਸਤੇਮਾਲ ਕਰ ਸਕਦੇ ਹਾਂ, ਜੋ ਕਿ ਦਿੱਲੀ ਤੋਂ ਉਹਨਾਂ ਨੂੰ ਹਾਂ ਹੋ ਗਈ। ਉਸ ਤੋਂ ਬਾਅਦ ਟੈਂਕ ਅੰਦਰ ਵਾੜੇ ਤੇ ਉਹਨਾਂ ਦੇ ਨਾਲ ਅਕਾਲ ਤਖਤ ਦੇ ਉੱਤੇ ਫਾਇਰ ਕੀਤਾ।
ਜੀ ਸਿੱਧੂ ਉਮਾ ਜੀ ਸਾਹਿਬ ਤੁਸੀਂ ਕਾਫੀ ਦੇਰ ਤੁਹਾਨੂੰ ਮੈਂ- ਇੰਤਜ਼ਾਰ ਕਰਨਾ ਪਿਆ। ਮੈਂ- ਬਿਲਕੁਲ ਇਸੇ ਸਵਾਲ ਦੇ ਜਵਾਬ ਮੈਂ ਚਾਹਾਂ ਮੁਕਾਬਲਾ ਕੀਤਾ ਗਿਆ। ਆਖਰ ਇੱਕ ਪਾਸੇ ਹਿੰਦੁਸਤਾਨ ਦੀ ਫੌਜ, ਜਿੱਦਾਂ ਬ੍ਰਿਗੇਡੀਅਰ ਸਾਹਿਬ ਦੱਸ ਰਹੇ ਇਹਨਾਂ ਉਹਨਾਂ ਕੋਲੇ ਇੰਨੀ ਸ਼ਕਤੀ, ਪਿੱਛੇ ਸਾਰੇ ਦੇਸ਼ ਦੀ ਤਾਕਤ ਜਿਹੜੀ ਹੈਗੀ ਹੈ। ਦੂਜੇ ਪਾਸੇ ਅੰਦਰ ਜਿਹੜੇ ਲੋਕ ਲੜ ਰਹੇ ਸੀ, ਇੱਕ ਆਪਣੇ ਬਲਬੂਤੇ ਦੇ ਨਾਲ ਤੇ ਆਪਣੇ ਜੋਸ਼ ਨਾਲ ਲੜਾਈ ਲੜ ਰਹੇ ਸੀ। ਅੰਦਰਲੀ ਲੜਾਈ ਦਾ ਕਿਹੋ ਜਿਹਾ ਮੂਡ ਸੀ ਜਿਹੜਾ ਬਾਹਰਲੀ ਫੌਜ ਵੀ ਕੰਬ ਰਹੀ ਸੀ ਉਸ ਮੂਡ ਨੂੰ ਦੇਖ ਕੇ? ਸਿੱਧੂ ਬਹੁਤ ਸਾਹਿਬ ਕੰਮ ਨਹੀਂ ਸੀ ਰਹੀ। ਮੈਂ ਇਹ ਕਹਾਂਗਾ ਕਿ ਨਹੀਂ ਜੀ ਉਹਨਾਂ ਨੂੰ ਗ੍ਰਾਂਥ ਉਮੀਦ ਇੱਕ ਮਿੰਟ ਜੀ। ਹਾਂ, ਸਿੱਧੂ ਸਾਹਿਬ ਤੁਹਾਡੀ ਗੱਲ ਦੀ ਮੈਂ ਤਾਇਦ ਕਰਨ ਲੱਗਾ ਜੀ। ਬ੍ਰਿਗੇਡੀਅਰ ਸਾਹਿਬ ਬਿਲਕੁਲ ਇਹ ਸ਼ਬਦਾਂ ਦਾ ਕਹਿਣ ਦਾ ਤਰੀਕਾ ਹੈਗਾ ਕਿ ਇੱਕ ਚੁਣੌਤੀ ਆਪਾਂ ਕਹਿ ਸਕਦੇ ਹਾਂ। ਚੁਣੌਤੀ ਦਾ ਬਹੁਤ ਵੱਡੀ ਹੈ ਹੀ ਸੀ ਨਾ, ਇਹਦੇ ਬਾਰੇ ਤਾਂ ਕੋਈ ਦੋ ਰਾਮਾ ਨਹੀਂ। ਚੁਣੌਤੀ ਮੈਂ ਤਾਂ ਜੋ ਮਿਲੀ ਗਰਾਇਆ ਉਹਨਾਂ ਨੂੰ ਸਾਹਿਬ ਬਹੁਤ ਨੇ ਵੱਡੀ ਕਿਹਾ ਵਾ, ਹੈਗੀ ਹੈ। ਜੋ ਮੈਂ ਗਰਾਇਆ ਸਾਹਿਬ ਨੇ ਕਿਹਾ ਵਾ, ਮੈਂ ਉਹਦੀ ਤਾਇਦ ਕਰਨ ਲੱਗਾ ਜੀ। ਜਦੋਂ ਜੀ। ਇਹਨਾਂ ਦੀ ਮੀਟਿੰਗ ਹੁੰਦੀ ਆ ਨਾ ਜੀ 2 ਤਰੀਕ ਦੀ ਰਾਤ ਨੂੰ ਖਾਸੇ BSF ਹੈੱਡਕੁਆਟਰ ਦੇ ਵਿੱਚ ਫੌਜ ਤੇ ਸਿਵਲ ਅਧਿਕਾਰੀਆਂ ਦੀ, ਉੱਥੇ ਜਿਹੜਾ ਸਿਵਲ ਪ੍ਰਸ਼ਾਸਨ ਸੀ ਜਾਂ ਇੰਟੈਲੀਜੈਂਸ ਲੋਕਲ ਪੰਜਾਬ ਪੁਲਿਸ ਦੀ ਸੀ, ਉਹਨਾਂ ਜਾਂ ਰਿਪੋਰਟ ਦਿੱਤੀ ਵੀ ਅੰਦਰ ਸਿਰ ਲੱਥ ਮਰਜੀਵੜੇ ਆ, ਉਹਨਾਂ ਸਿਰਾਂ ਦੇ ਖੱਫਣ ਬੱਧੇ ਆ, ਉਹਨਾਂ ਧਰਮ ਦੀ ਖਾਤਰ ਜਿਹੜਾ ਵਾ ਅੰਦਰ ਸਹੁੰਆਂ ਚੁੱਕੀਆਂ ਵੀ ਅਸੀਂ ਕਰਨਾ ਮਰਨਾ ਵਾ। ਤੇ ਜਿਹੜਾ ਮੇਜਰ ਜਨਰਲ ਕੁਲਦੀਪ ਬਰਾੜ ਸੀ, ਇਹ ਗੱਲ ਪੁਲਿਸ ਅਫਸਰ MPS ਔਲਖ ਨੇ, ਉਹ ਵੀ ਉਸ ਮੀਟਿੰਗ ਦੇ ਵਿੱਚ ਹਾਜ਼ਰ ਸੀ। ਮੈਂ ਉਹ ਇੰਟਰਵਿਊ ਉਹਨਾਂ ਦੀ ਸੁਣੀ ਆ। ਉਹਨਾਂ ਨੇ ਕਿਹਾ ਵੀ ਕਿ ਜਦੋਂ ਅਸੀਂ ਆਪਣੀ ਸਾਰੀ ਉਹਨਾਂ ਨੂੰ ਫੀਡਬੈਕ ਦਿੱਤੀ ਤਾਂ ਮੇਜਰ ਜਨਰਲ ਅੱਗੇ ਕਹਿਣ ਲੱਗਾ ਕਿ ਤੁਸੀਂ ਨਪੁੰਸਕ ਜੀਆਂ ਗੱਲਾਂ ਨਾ ਕਰੋ, ਖੁਸਰਿਆਂ ਵਰਗੀਆਂ ਗੱਲਾਂ ਨਾ ਕਰੋ। ਤੁਸੀਂ ਜਦੋਂ ਫੌਜ ਦੀਆਂ ਤੋਪਾਂ ਚੱਲਦੀਆਂ ਵਾ, ਬੰਬਾਂ ਦੀ ਗਰਮਾਹਟ ਜਿਹੜੀ ਆ ਅੱਗ ਨਿਕਾਲਦੀ ਆ, ਤੇ ਵੱਡੇ ਵੱਡੇ ਜਰਨੈਲਾਂ ਦੀਆਂ ਜਿਹੜੀਆਂ ਨੇ ਪਲਤੂਨਾਂ ਜਿਹੜੀਆਂ ਨੇ ਗਿੱਲੀਆਂ ਹੋ ਜਾਂਦੀਆਂ ਨੇ। ਇਹ ਸਾਰੀ ਘੰਟੇ 1.5 ਘੰਟੇ ਦੀ ਗੇਮ ਆ। ਤੁਸੀਂ ਵਹਿੰਦੇ ਰਹੋ ਕਿਵੇਂ ਮੈਂ ਫੜ ਕੇ ਜਿਹੜਾ ਵਾ ਘੰਟੇ 1.5 ਘੰਟੇ ਦੇ ਵਿੱਚ ਜਿਹੜਾ ਵਾ ਸਾਰਿਆਂ ਨੂੰ ਬਾਹਰ ਕੱਢ ਕੇ ਸੰਤ ਬਾਬਾ ਜਰਨੈਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਬਾਹਰ ਲਿਆਉਣਾ ਵਾ। ਇਹ ਗੱਲ ਖਾਸੇ BSF ਦੇ ਹੈੱਡਕੁਆਟਰ 'ਚ ਇਹ ਗੱਲ ਹੋਈ ਆ। ਔਰ ਉਸ ਵੇਲੇ ਉਹਨਾਂ ਨੂੰ ਜਿਹੜਾ ਵਾ ਭੋਮਾ ਸਾਹਿਬ ਜਿਹੜੀ ਜਨਰਲ ਬਰਾੜ ਨੇ ਕਹੀ ਬਿਲਕੁਲ ਜਿਹੜੀ ਹੈਗੀ ਆ, ਉਹ ਤਾਂ ਬ੍ਰਿਗੇਡੀਅਰ ਸਾਹਿਬ ਵੀ ਕਹਿ ਰਿਹਾ ਹੈ। ਪਰ ਮੈਂ ਜਿਹੜਾ ਜਵਾਬ ਲੈਣਾ ਚਾਹੁੰਦਾ ਹਾਂ ਕਿ ਉਹ ਬਰਾੜ ਦੇ ਜਵਾਬ ਦੇ ਵਿੱਚ ਅੰਦਰ ਕਿਹੋ ਜਿਹਾ ਮਾਹੌਲ ਸੀ, ਮੈਂ ਦਰਸ਼ਕਾਂ ਲਈ ਉਹ ਜਾਣਨਾ ਚਾਹੁੰਦਾ ਤੁਹਾਡੇ ਕੋਲ। ਮੈਂ ਉਧਰ ਆ ਰਿਹਾ ਜੀ। ਇਹ ਗੱਲ ਦੱਸਣੀ ਜਿਹੜੀ ਆ ਜ਼ਰੂਰੀ ਸੀ। ਵੇਖੋ ਜੀ, ਅੰਦਰ ਜਿਵੇਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਆਪਣੇ ਸਾਥੀਆਂ ਦੇ ਨਾਲ, ਜਰਨਲ ਸੁਬੇਗ ਸਿੰਘ ਜੀ, ਵੀ ਅਖੀਰ ਇੱਕ ਦਿਨ ਜੇ ਭਾਣਾ ਵਾਪਰਿਆ ਤੇ ਫਿਰ ਆਪਾਂ ਕੀ ਕਰਨਾ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਭਾਵੇਂ ਕੋਈ ਦਮਦਮੀ ਟਕਸਾਲ ਦਾ ਸਟੂਡੈਂਟ ਸੀ, ਭਾਵੇਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਜਿਹੜਾ ਕੋਈ ਨੌਜਵਾਨ ਸੀ, ਜਿਹੜਾ ਵੀ ਸੰਤ ਬਾਬਾ ਜਰਨੈਲ ਸਿੰਘ ਜੀ ਕੋਲ ਆਉਂਦਾ ਸੀ, ਇਹ ਸੰਤ ਜਰਨੈਲ ਸਿੰਘ ਜੀ ਇੱਕ ਗੱਲ ਕਹਿੰਦੇ ਸੀ ਕਿ ਮੇਰੇ ਕੋਲ ਚੇਅਰਮੈਨੀਆਂ ਨਹੀਂ, MP ਦੀਆਂ ਟਿਕਟਾਂ ਨਹੀਂ, MLA ਦੀਆਂ ਟਿਕਟਾਂ ਨਹੀਂ, ਮੇਥੋਂ ਜਿਹੜੀਆਂ ਨੇ ਸਰਕਾਰੀ ਸਹੂਲਤਾਂ ਨਹੀਂ। ਜੇ ਸਰਕਾਰੀ ਸਹੂਲਤਾਂ ਲੈਣੀਆਂ ਨੇ ਉਹ ਸਮੁੰਦਰੀ ਗਾਂਧੀ ਘਾਟ ਚਲੇ ਜਾਓ। ਜਿਹਨੇ ਮੇਰੇ ਨਾਲ ਆਉਣਾ ਵਾ ਉਹਦੇ ਲਈ ਫਾਂਸੀ ਦੇ ਰੱਸੇ, ਜੇਲ੍ਹਾਂ ਦੀਆਂ ਕਾਲ ਕੋਠੜੀਆਂ, ਝੂਠੇ ਪੁਲਿਸ ਮੁਕਾਬਲੇ, ਪੁਲਿਸ ਤਸ਼ੱਦਦ, ਉੱਠਿਆਂ ਤੁਸੀਂ ਟੰਗੇ ਜਾਣਾ ਵਾ, ਮੇਰੇ ਨਾਲ ਤੁਸੀਂ ਤਾਂ ਆਇਓ। ਤੇ ਸੋ ਸਾਹਿਬਾ ਸੰਤ ਜਰਨੈਲ ਸਿੰਘ ਜੀ ਆਪਣੇ ਸਾਥੀਆਂ ਦੀ ਚੋਣ ਹੀ ਪਾ ਕਮਾਲ ਕਰਦੇ ਸੀ, ਕੋਈ ਉਹਦੇ 'ਚ ਓਲੇ ਵਾਲੀ ਗੱਲ ਹੀ ਨਹੀਂ ਸੀ। ਇਸ ਕਰਕੇ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਜਿਹੜਾ ਵਾ ਟਣਕਾ ਕੇ ਆਪਣੇ ਸਾਥੀ ਲਏ ਹੋਏ ਸੀ, ਕੋਈ ਉਹਨਾਂ 'ਚੋਂ ਭੱਜਣ ਵਾਲਾ ਨਹੀਂ ਸੀ, ਕੋਈ ਡਰਪੋਕ ਨਹੀਂ ਸੀ। ਉਹ ਸਾਰੇ ਹੀ ਮਰਜੀਵੜੇ ਸਨ ਤੇ ਸਾਰੇ ਮਰਨ ਲਈ ਜਿਹੜਾ ਵਾ ਉੱਥੇ ਜਿਹੜਾ ਵਾ ਮਿੱਥ ਕੇ ਉਹ ਆਏ ਹੋਏ ਸਨ। ਸੋ ਇਸੇ ਦਰਮਿਆਨ ਹੀ ਫਿਰ ਜਦੋਂ ਫੌਜ 4:40 ਤੇ ਮਨੇਰੇ ਆਪਣਾ ਫਾਇਰ ਖੋਲਦੀ ਆ ਪਹਿਲਾ 4 ਜੂਨ ਨੂੰ, ਉਸ ਵੇਲੇ ਫਿਰ ਸਿੰਘਾਂ ਨੇ ਸਿੱਧੂ ਸਾਹਿਬ ਜੋ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਸੰਗਤ ਨਾਲ ਵਾਅਦੇ ਕੀਤੇ ਸੀ ਨਾ, ਬਚਨ ਕੀਤੇ ਸੀ ਕਿ ਇੱਕ ਵਾਰੀ ਆਉਣ ਦਿਓ ਫੌਜ, ਲੋਹੇ ਦੇ ਚਣੇ ਇਹਨਾਂ ਨੂੰ ਅਸੀਂ ਚਬਾਵਾਂਗੇ ਤੇ ਯਾਦ ਕਰਨਗੇ ਆਉਣ ਵਾਲੀਆਂ ਨਸਲਾਂ ਤੱਕ। ਉਹ ਫਿਰ ਕਿਸੇ ਵੀ ਇੱਕ ਸਿੰਘ ਨੇ ਕੋਈ ਢਿੱਲ ਨਹੀਂ ਵਿਖਾਈ। ਹਰ ਮੋਰਚੇ ਤੋਂ ਲੋਹੇ ਦੇ ਚਣੇ ਜਿਹੜੇ ਆ ਭਾਰਤੀ ਫੌਜ ਨੂੰ ਜਿਹੜੇ ਆ ਚਬਾਏ ਗਏ ਆ। ਕਿਸੇ ਫੌਜ ਦੀ ਹਿੰਮਤ ਨਹੀਂ ਪਈ ਘੰਟਾ ਘਰ ਦੇ ਸਾਹਮਣੇ ਵੀ ਉਹ ਅੰਦਰ ਘੰਟਾ ਘਰ ਲੰਘ ਜਾਵੇ ਜਾਂ ਅਕਾਲ ਤਖਤ ਸਾਹਿਬ ਦੇ ਮਗਰ ਦੀ
ਐਂਟਰ ਕਰ ਜਾਵੇ, ਜਾਂ ਬਾਬਾ ਦੀਪ ਸਿੰਘ ਦੀ ਡਿਉੜੀ ਐਂਟਰ ਕਰ ਜਾਵੇ, ਜਾਂ ਬਾਬਾ ਅਟੱਲ ਸਾਹਿਬ ਵਾਲੇ ਪਾਸਿਓਂ ਆ ਜਾਵੇ, ਜਾਂ ਪਾਣੀ ਦੀ ਟੈਂਕੀ ਦੇ ਥੱਲੇ ਇੱਕ ਬੈਕਗਰਾਉਂਡ ਤੇ ਸਰਾਂ ਦਾ ਦਰਵਾਜ਼ਾ ਸੀ ਉਹ ਤੋੜ ਕੇ ਅੰਦਰ ਆ ਜਾਵੇ, ਜਾਂ ਜਿਹੜਾ ਵਾ ਸਰਾਂ ਦਾ ਜਿਹੜਾ ਮੇਨ ਗੇਟ ਸੀ ਜਾਲੀਦਾਰ ਉਹ ਤੋੜ ਕੇ ਕੋਈ ਅੰਦਰ ਆ ਜਾਵੇ। ਸੋ ਅੰਤ ਦੇ ਸਵਾਸਾਂ ਤੱਕ ਜਿੰਨੀ ਦੇਰ ਟੈਂਕ ਤੇ ਬਖਤਰਬੰਦ ਗੱਡੀਆਂ ਨੇ ਆਣ ਕੇ ਉਹ ਇਹ ਲੋਹੇ ਦਾ ਗੇਟ ਸਰਾਂ ਵਾਲਾ ਤੋੜਿਆ ਨਹੀਂ, ਰਾਤ 5 ਤਰੀਕ ਨੂੰ 11 ਵਜੇ ਦੀ ਗੱਲ ਆ, ਉਹ ਟੈਂਕ ਜਦੋਂ ਅੰਦਰ ਆਏ ਆ ਉਨੀ ਦੇਰ ਫੌਜ ਨਹੀਂ ਅੰਦਰ ਆ ਸਕੀ, ਫੌਜ ਆਈ ਬਖਤਰਬੰਦ ਗੱਡੀਆਂ 'ਚ ਤੇ ਟੈਂਕਾਂ 'ਚ। ਸੋ ਹੁਣ ਸਿੰਘਾਂ ਦੇ ਕੋਲ ਬਖਤਰ ਗੱਡੀਆਂ ਤੇ ਟੈਂਕਾਂ ਦਾ ਕੀ ਮੁਕਾਬਲਾ ਸੀ, ਪਰ ਸ਼ਾਬਾਸ਼ ਜਾਵਾਂ ਮੈਂ ਜਰਨਲ ਸੁਬੇਗ ਸਿੰਘ ਦੋਏ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਸੁਚੱਜੀ ਅਗਵਾਈ ਦੇ, ਜਿਨ੍ਹਾਂ ਨੇ ਕਿਸੇ ਨੇ ਸੁਪਨੇ 'ਚ ਵੀ ਨਹੀਂ ਸੋਚਿਆ ਹੋਣਾ ਕਿ ਸਿੰਘ ਦਰਬਾਰ ਸਾਹਿਬ ਜਦੋਂ ਹਮਲਾ ਆਇਆ ਤੇ ਇਹ ਅਕਾਲ ਤਖਤ ਸਾਹਿਬ ਤੋਂ ਗੋਲੇ ਮਾਰ ਕੇ ਬਖਤਰਬੰਦ ਗੱਡੀਆਂ ਵੀ ਤੋੜ ਦੇਣਗੇ ਤੇ ਟੈਂਕ ਵੀ ਤੋੜ ਦੇਣਗੇ। ਸੋ ਇਹ ਇਤਿਹਾਸ ਦਾ ਹਿੱਸਾ ਨੇ। ਦੋ ਤਿੰਨ ਟੈਂਕ ਟੁੱਟੇ ਆ, 2-3 ਬਖਤਰਬੰਦ ਗੱਡੀਆਂ ਟੁੱਟੀਆਂ ਨੇ ਬਾਬਾ ਦੀਪ ਸਿੰਘ ਦੀ ਡਿਉੜੀ ਦੇ ਸਾਹਮਣੇ। ਹਾਂ ਪੁੱਛੋ ਸਿੱਧੂ ਸਾਹਿਬ ਜੋ ਹੁਣ ਅਗਲਾ ਕਰ। ਪੂਮਾ ਜੀ ਜੋ ਜਾਣਕਾਰੀ ਦੇ ਰਹੇ ਹੋ ਠੀਕ ਹੈ, ਪਰ ਮੈਂ ਸੰਖੇਪ ਦੇ ਵਿੱਚ, ਕਿਉਂਕਿ ਤੁਸੀਂ ਪਾਣੀ ਵਾਲੀ ਟੈਂਕੀ ਵਾਲੇ ਪਾਸੇ ਮੋਰਚਾ ਸੰਭਾਲਿਆ ਸੀ, ਬਰੀਫ ਦੇ ਵਿੱਚ ਕਿੰਨੇ ਦਿਨ ਤੱਕ ਤੁਸੀਂ ਪਾਣੀ ਵਾਲੀ ਟੈਂਕੀ ਤੇ ਮੋਰਚਾ ਸੰਭਾਲ ਕੇ ਰੱਖਿਆ ਤੇ ਕਦੋਂ ਹੇਠਾਂ ਆਏ, ਸੰਖੇਪ 'ਚ ਮੈਂ ਇਹ ਵੀ ਜਾਣਨਾ ਚਾਹਾਂਗਾ। ਵੇਖੋ ਮੋਰਚਾ ਤੇ ਸਿੱਧੂ ਸਾਹਿਬ ਜਿਹੜਾ ਵਾ ਪਹਿਲੀ ਤਰੀਕ ਤੋਂ ਹੀ ਜਿਹੜਾ ਵਾ ਸੰਭਾਲੇ ਹੋਏ ਸੀ, ਪਰ ਜਿਹੜੀ ਜਦੋਂ ਫੌਜ ਨੇ ਹਮਲਾ ਕੀਤਾ ਵਾ 4:40 ਤੇ ਮਨੇਰੇ 4 ਜੂਨ ਨੂੰ, ਉਦੋਂ ਤਾਂ ਸਪੈਸ਼ਲ ਫਿਰ ਥੱਲੇ ਆਏ ਹੀ ਨਹੀਂ ਨਾ। ਜਦੋਂ ਫਿਰ 5 ਤਰੀਕ ਨੂੰ ਇਹਨਾਂ ਨੂੰ ਸਮਝ ਨਹੀਂ ਪੈਂਦੀ ਵੀ ਗੋਲੀ ਆਉਂਦੀ ਕਿੱਥੋਂ ਆ, ਇਹਨਾਂ ਨੂੰ ਇਹ ਵੀ ਸਰਾਂ ਵਾਲੇ ਪਾਸੇ ਕਿਹੜੀ ਗੱਲ ਆ ਵੀ ਇੱਧਰੋਂ ਤੇ ਆਪਾਂ ਜਾਵਾਂਗੇ ਤੇ ਝਾਟੀ ਜਿਹੜਾ ਵਾ ਆਪਾਂ ਜਿਹੜਾ ਵਾ ਵੀ ਅੰਦਰ ਐਂਟਰ ਹੋ ਜਾਵਾਂਗੇ। ਪਰ ਅਸੀਂ ਨਾ ਤੇ ਉਹ ਮਕਾਨਾਂ ਦੀਆਂ ਛੱਤਾਂ ਤੋਂ ਨਾ ਗਲੀਆਂ ਥਾਣੀਆਂ, ਅਸੀਂ ਫੌਜ ਨੂੰ ਕਿਸੇ ਪਾਸੇ ਅੰਦਰ ਆਉਣ ਹੀ ਨਹੀਂ ਸੀ ਦਿੰਦੇ। ਫਿਰ ਉਹਨਾਂ ਨੇ ਇਹ 2 ਵਜੇ ਦੀ ਗੱਲ ਆ 5 ਤਰੀਕ ਦੀ, 2 ਹੈਲੀਕਾਪਟਰ ਫੌਜ ਦੇ ਜਿਹੜੇ ਆ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਉਹਨਾਂ ਸਰਵੇ ਕੀਤਾ ਵਾ। ਸਰਵੇ ਦੇ ਵਿੱਚ ਉਹਨਾਂ ਜਿਹੜਾ ਵਾ, ਕਿਉਂਕਿ ਉਹ ਪਾਣੀ ਵਾਲੀ ਟੈਂਕੀ ਉੱਪਰੋਂ ਖੁੱਲੀ ਓਪਨ ਸੀ ਤੇ ਆਲੇ ਦੁਆਲੇ ਜਿਹੜੀ ਉਹ ਕਵਰ ਸੀ, ਉਹ ਉਹਨਾਂ ਵੇਖਿਆ ਵੀ ਜਿਹੜੀ ਆ ਗੋਲੀ ਜਿਹੜੀ ਸਾਨੂੰ ਜਿਹੜਾ ਵਾ ਸਾਹ ਨਹੀਂ ਲੈਣ ਦਿੰਦੀ, ਅੱਗੇ ਨਹੀਂ ਵਧਣ ਦਿੰਦੀ ਆ। ਪਾਣੀ ਵਾਲਾ ਟੈਂਕੀ ਵਾਲਾ ਮੋਰਚਾ ਜਿੰਨੀ ਦੇਰ ਆਪਣਾ ਇਹ ਨਾ ਤੋੜਿਆ ਉਨੀ ਦੇਰ ਆਪਾਂ ਅੱਗੇ ਨਹੀਂ ਵਧ ਸਕਦੇ। ਸੋ ਜਦੋਂ ਉਹ ਉੱਪਰ ਚੱਕਰ ਲਾ ਰਹੇ ਸੀ, ਉੱਪਰੋਂ ਹੀ ਉਹਨਾਂ ਆਪਣੇ ਵਾਇਰਲੈਸ ਸਿਸਟਮ ਦੇ ਨਾਲ ਹੀ ਕੋਈ ਥੱਲੇ ਉਹਨਾਂ ਸੁਨੇਹਾ ਭੇਜਿਆ ਵਾ। ਉਸੇ ਵੇਲੇ ਹੀ ਥੱਲਿਓਂ ਜਿਹੜਾ ਵਾ ਤੋਪਾਂ ਦੇ ਗੋਲੇ ਪਾਣੀ ਵਾਲੀ ਟੈਂਕੀ ਤੇ ਜਿਹੜਾ ਵਾ ਵੱਜਣੇ ਸ਼ੁਰੂ ਹੋ ਗਏ ਆ, ਤੇ ਉਹ ਫਿਰ ਵੱਡੇ ਵੱਡੇ ਮੰਗੋਰੇ ਪਏ ਆ, ਤੇ ਉਹ 2-3 ਮੰਗੋਰੇ ਪਏ ਸੀ। ਉਹਦੇ ਤੇ ਇਉਂ ਲੱਗਦਾ ਜਿਵੇਂ ਬਹੁਤ ਵੱਡਾ ਕੋਈ ਟਿਊਬਵੈਲ ਚੱਲਦੇ ਹੁਣ ਪਾਣੀ ਜਿਹੜਾ ਉਹਦੇ ਚੋਂ ਬਾਹਰ ਆ ਰਿਹਾ ਸੀ। ਅਸੀਂ ਫਿਰ ਜਿਹੜਾ ਵਾ ਟੁੱਟਦੀ ਆ ਉਦੋਂ ਥੱਲੇ ਆਉਂਦੇ ਆ 5 ਤਰੀਕ ਨੂੰ ਕੋਈ 2:30-3। ਪੂਮਾ ਜੀ ਤੁਹਾਡੀ ਗੱਲ ਆ ਗਈ। ਪੂਮਾ ਜੀ ਥੈਂਕ ਯੂ ਵੈਰੀ ਮੱਚ। ਮੈਂ ਬ੍ਰਿਗੇਡੀਅਰ ਸਾਹਿਬ ਇੱਕ ਬਹੁਤ ਅਹਿਮ ਸਵਾਲ ਹੈਗਾ ਜਿਹੜਾ ਲਗਾਤਾਰ ਪਿਛਲੇ ਦਹਾਕਿਆਂ 'ਚ ਉੱਠਦਾ ਆ ਰਿਹਾ, ਉਹ ਹੈ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੈ ਕੇ ਕਿ ਉਹ ਫੌਜ ਲੈ ਗਈ ਸੀ, ਉਹਦਾ ਕੁਝ ਵਾਪਸ ਨਹੀਂ ਆਇਆ। ਹੋਰ ਵੀ ਇਸ ਤਰ੍ਹਾਂ ਇਤਿਹਾਸਕ ਕੀਮਤੀ ਸਮਾਨ ਸੀ ਜਿਹੜਾ ਫੌਜ ਲੈ ਗਈ ਹੈ, ਉਹ ਵਾਪਸ ਨਹੀਂ ਆਇਆ। ਬੜੀ ਕੰਟਰੋਵਰਸੀ ਰਹੀ ਹੈ। SGPC ਨੇ ਕੇਸ ਵੀ ਕਰਿਆ ਅਦਾਲਤ 'ਚ ਇਸ ਮੁੱਦੇ ਤੇ, ਕਿਉਂਕਿ ਤੁਸੀਂ ਸਾਰੇ ਵਰਤਾਰੇ 'ਚ ਬਹੁਤ ਨਜ਼ਦੀਕ ਤੇ ਸੀ। ਮੇਰੀ ਜਾਣਕਾਰੀ ਮੁਤਾਬਕ ਕਈ ਮਾਮਲਿਆਂ ਦੇ 'ਚ ਤੁਸੀਂ ਜ਼ਿੰਮੇਵਾਰੀ ਵੀ ਨਿਭਾਈ, ਕੁਛ ਇਹੋ ਜਿਹੀਆਂ ਵਸਤਾਂ ਜਿਹੜੀਆਂ ਹੈਗੀਆਂ ਦਰਬਾਰ ਸਾਹਿਬ ਨੂੰ ਵਾਪਸ ਵੀ ਕਰਾਈਆਂ ਫੌਜ ਦੇ ਕੋਲੋਂ ਜਿਹੜਾ ਹੈਗਾ। ਪਰ ਇਹ ਜਿਹੜਾ ਸਵਾਲ ਮੈਂ ਲੈ ਰਿਹਾ ਇਹਦੇ ਬਾਰੇ ਤੁਸੀਂ ਕੀ ਕਹੋਗੇ? ਹਾਂ, ਲਾਇਬ੍ਰੇਰੀ ਦੇ ਬਾਰੇ ਜੇ ਅਗਰ ਮੈਨੂੰ ਪਤਾ ਹੁੰਦਾ ਕਿ ਇਹ ਮਾਮਲਾ ਜਿਹੜਾ ਹੈ ਇੰਨਾ ਤੂਲ ਫੜ ਜਾਏਗਾ, ਬਾਅਦ ਦੇ ਵਿੱਚ ਇੰਨਾ ਉਛਾਲਿਆ ਜਾਏਗਾ, ਤੇ ਮੈਂ ਉਸੇ ਵੇਲੇ ਲਾਇਬ੍ਰੇਰੀ 'ਚ ਜਾ ਕੇ, ਜਿਸ ਤਰ੍ਹਾਂ ਮੈਂ ਤੋਸ਼ੇਖਾਨੇ ਦਾ ਬੰਦੋਬਸਤ ਕੀਤਾ ਸੀ, ਮੈਂ ਕੁਛ ਲਾਇਬ੍ਰੇਰੀ 'ਚ ਵੀ ਕਰ ਲੈਂਦਾ। ਪਰ ਉਸ ਵੇਲੇ ਮੈਂ ਧਿਆਨ ਨਹੀਂ ਦਿੱਤਾ ਕਿਉਂਕਿ ਇਹ ਮੇਰੀ ਡਿਊਟੀ ਤੋਂ ਬਾਹਰ ਸੀ। ਪਰ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ, ਲਾਇਬ੍ਰੇਰੀ ਦੇ ਵਿੱਚ ਅੱਗ ਲਗਾਈ ਨਹੀਂ ਗਈ, ਅੱਗ ਲੱਗ ਗਈ। ਲੜਾਈ ਜਦੋਂ ਕਰੀਦੀ ਹੈ ਦੋਵਾਂ ਪਾਸਿਓਂ, ਕਦੀ ਗ੍ਰੇਨੇਡ ਸੁੱਟੋ, ਉੱਧਰੋਂ ਉਹ ਫਾਇਰ ਕਰਦਾ ਹੈ, ਉਸ ਪਾਸਿਓਂ ਜਿਹੜੀ ਪਲਟਨ ਜਿਹੜੀ ਇਨਫੈਂਟਰੀ ਬਟਾਲੀਅਨ ਗੜਵਾਲ ਸੀ, ਉਸ ਪਾਸਿਓਂ ਆਟਾ ਮੰਡੀ ਗੇਟ ਵੱਲੋਂ ਵੜੇ ਨੇ ਤੇ ਉਹਨਾਂ ਨੇ ਗੇਟ ਪਹਿਲਾਂ ਤੇ ਗੇਟ ਤੋੜਿਆ ਹੈ RCL ਗਨ ਦੇ ਨਾਲ, ਉੱਥੋਂ ਦਾ ਜਿਹੜਾ ਲੋਹੇ ਦਾ ਗੇਟ ਤੋੜਿਆ ਹੈ। ਉਹ ਜਿਹੜਾ ਭੀੜਾ ਬਾਜ਼ਾਰ ਸੀ, ਉਹਨੂੰ ਕੀ ਕਹਿੰਦੇ ਨੇ, ਜੋ ਵੀ ਮਨਿਆਰੀਆਂ ਦਾ ਬਾਜ਼ਾਰ ਜਾਂ ਕੋਈ ਸੀ, ਉਹ ਬਾਜ਼ਾਰ ਦੇ ਵਿੱਚ ਉਸ ਤੋਪ ਜਦੋਂ ਮਾਰੀ, ਉਹ RCL ਗਨ, ਇਹ ਟੈਂਕ ਨੂੰ ਤੋੜਨ ਵਾਸਤੇ ਉਹ ਗਨ ਹੁੰਦੀ ਹੈ, ਉਹਦਾ ਬੈਕ ਬਲਾਸਟ ਬੜਾ ਹੁੰਦਾ ਹੈ, ਬੜੀ ਦੂਰ ਤੱਕ ਅੱਗ ਨਿਕਲਦੀ, ਉਹਦੇ ਨਾਲ
ਬਹੁਤ ਸਾਰੀਆਂ ਉਹ ਜਿਹੜੀ ਗਲੀ ਭੀੜੀ ਹੋਣ ਕਰਕੇ ਉਹਦੇ 'ਚ ਕੁਝ ਬਿਲਡਿੰਗਾਂ ਡਿੱਗ ਪਈਆਂ ਤੇ ਨਾਲੇ ਅੱਗਾਂ ਲੱਗ ਗਈਆਂ। ਸਾਹਮਣੇ ਜਿਹੜੀ ਸਰਾਂ ਸੀ ਨਾ ਸਾਹਮਣੇ ਲਾਇਬ੍ਰੇਰੀ ਦੇ ਵਿੱਚ ਉਸ ਪਲਟਨ ਨੂੰ ਇਹ ਸੀ ਕਿ ਇਹਦੇ ਵਿੱਚ ਵੀ ਖੜਕੂ ਹੋ ਸਕਦੇ ਨੇ, ਤੇ ਉਹਨਾਂ ਨੇ ਕੁਝ ਗ੍ਰੇਨੇਡ ਸੁੱਟੇ ਉੱਤੇ। ਉਹਨਾਂ ਗ੍ਰੇਨੇਡਾਂ ਦੇ ਨਾਲ ਅੱਗ ਲੱਗ ਗਈ। ਅੰਦਰ ਕਾਗਜ਼ ਵੀ ਹੁੰਦੇ ਨੇ, ਪਰਦੇ ਵੀ ਹੁੰਦੇ ਨੇ, ਕੱਪੜਾ ਵੀ ਹੁੰਦਾ ਹੈ, ਤੇ ਉਹ ਚੀਜ਼ ਅੱਗ ਬੜੀ ਜਲਦੀ ਲੱਗਦਾ ਉੱਥੇ ਫੜਦੀ ਤਬਾਹ ਹੈ। ਹੋ ਗਈ ਲਾਇਬ੍ਰੇਰੀ। ਹਾਂ, ਤੇ ਉਸ ਵੇਲੇ ਜਿਹੜੇ ਜਵਾਨ ਸੀ ਜਾਂ ਅਫਸਰ ਸੀ ਜਿਹੜੇ ਉਸ ਵੇਲੇ ਫੌਜੀ ਸੀ, ਉਹਨਾਂ ਨੂੰ ਕੀ ਪਤਾ ਸੀ ਅੰਦਰ ਕੀ ਹੈ ਕੀ ਨਹੀਂ ਹੈ। ਨਾ ਤੇ ਉਹਨਾਂ ਨੇ ਜਾਣ ਕੇ ਲਗਾਈ ਹੈ, ਨਾ ਉਹਨਾਂ ਨੇ ਬੁਝਾਉਣ ਦੀ ਕੋਸ਼ਿਸ਼ ਕੀਤੀ ਹੈ। ਅਗਰ ਉਹਨਾਂ ਨੂੰ ਇਹ ਪਤਾ ਹੁੰਦਾ ਕਿ ਇੱਥੇ ਬਹੁਤ ਕੀਮਤੀ ਲਿਖਤਾਂ ਨੇ, ਬਹੁਤ ਕੁਛ ਹੈ, ਇਹੋ ਜਿਹੀਆਂ ਚੀਜ਼ਾਂ ਨੇ ਕਿ ਗੁਰੂਆਂ ਦੇ ਹੱਥਾਂ ਦੇ ਕੀ ਉਹਨੂੰ ਕਹਿੰਦੇ ਕੀਮਤੀ ਨੇ, ਦਸਤਾਵੇਜ਼ ਨੇ। ਹੁਕਮਨਾਮਾ ਸਾਹਿਬ, ਹਾਂ ਦਸਤਾਵੇਜ਼। ਹੁਕਮਨਾਮਾ ਸਾਹਿਬ, ਉਹਨਾਂ ਦੇ ਹੁਕਮਨਾਮੇ, ਤੇ ਸ਼ਾਇਦ ਉਹਨਾਂ ਦੇ ਕਿਸੇ ਦੇ, ਕਿਉਂਕਿ ਉਸ ਪਲਟਨ ਦਾ ਜਿਹੜਾ ਸੀਓ ਸੀ ਉਹ ਸਿੱਖ ਸੀ, ਮੈਂ ਉਹਨੂੰ ਜਾਣਦਾ ਸੀ, ਤੋ ਅਗਰ ਉਹਨੂੰ ਪਤਾ ਹੁੰਦਾ ਤੇ ਉਹ ਬਚਾ ਲੈਂਦੇ ਇਹੋ ਜਿਹੀਆਂ ਚੀਜ਼ਾਂ ਨੂੰ। ਕੋਈ ਵੀ ਸਿੱਖ ਹੈਗਾ, ਜਿਵੇਂ ਮੈਂ ਵੀ ਸਾਂ, ਭਾਵੇਂ ਮੈਂ ਮੋਟੀਵੇਟਡ ਨਹੀਂ, ਮੈਂ ਇੰਨਾ ਪੱਕਾ ਸਿੱਖ ਨਹੀਂ ਸੀ, ਪਰ ਇਹੋ ਜਿਹੀ ਚੀਜ਼ ਅਗਰ ਕੋਈ ਵੀ ਨੁਕਸਾਨ ਹੋ ਰਿਹਾ ਹੈ ਤੇ ਉਹਦਾ ਦਿਲ ਕਰਦਾ ਹੈ, ਸਿੱਖ ਨਾ ਵੀ ਹੋਵੇ, ਜਿਹੜਾ ਆਫੀਸਰ ਹੋਏਗਾ ਉਹ ਕੋਸ਼ਿਸ਼ ਕਰੇਗਾ ਕਿ ਹਰ ਇੱਕ ਚੀਜ਼ ਨੂੰ ਬਚਾ ਲਓ। ਉਹਨਾਂ ਦੀ ਗਲਤੀ ਇਹ ਹੈ ਕਿ ਜਦੋਂ ਜਿਹੜਾ ਹੈਗਾ ਸਮਾਂ ਵੀ ਨਹੀਂ ਹੈ। ਬ੍ਰਿਗੇਡੀਅਰ ਸਾਹਿਬ, ਇੱਕ ਸਵਾਲ ਜਿਹੜਾ ਹੈਗਾ ਤੋਸ਼ਾਖਾਨੇ ਬਾਰੇ ਤੁਸੀਂ ਆਪ ਵੀ ਕਿਹਾ ਹੈ, ਮੈਂ ਵੀ ਜਾਣਨਾ ਚਾਹਾਂਗਾ ਕਿ ਤੁਸੀਂ ਕੀ ਜ਼ਿੰਮੇਵਾਰੀ ਨਿਭਾਈ ਤੋਸ਼ਾਖਾਨੇ ਦੇ ਬਾਬਤ। ਤੋਸ਼ਾਖਾਨੇ ਦਾ ਇਹ ਸੀ ਕਿ ਮੇਰੀ ਕਿਸਮਤ ਅੱਛੀ ਸੀ ਕਿ ਦੋ ਨੇਕ ਬੰਦੇ ਮੇਰੇ ਐਡਵਾਈਜ਼ਰ ਬਣ ਗਏ, ਭਾਨ ਸਿੰਘ ਤੇ ਅਵਿਨਾਸ਼ੀ ਸਿੰਘ। ਇਹ ਵੈਸੇ ਤਾਂ ਟੈਕਨੀਕਲੀ ਕਹੋ ਤਾਂ ਇਹਨਾਂ ਨੂੰ ਮੈਂ ਹਿਰਾਸਤ 'ਚ ਲਿਆ ਸੀ ਤੇ ਕੈਦੀ ਸੀਗੇ। ਤੇ ਪਹਿਲਾਂ ਇਹਨਾਂ ਨੇ, ਜਦੋਂ ਮੈਂ ਇਹਨਾਂ ਨੂੰ ਲੈ ਗਿਆ ਛਾਉਣੀ ਦੇ ਵਿੱਚ, ਨਵਾਇਆ ਧਵਾਇਆ, ਠੰਡਾ ਪਾਣੀ ਪਿਲਾਇਆ, ਚਾਹ ਪਾਣੀ ਪਿਲਾਈ, ਤੇ ਹੌਲੀ ਹੌਲੀ ਉਹਨਾਂ ਨੇ ਹੌਸਲਾ ਕਰਕੇ ਜਦੋਂ ਮੈਂ ਦੁਪਹਿਰ ਨੂੰ ਵਾਪਸ ਆਇਆ ਤੇ ਮੈਨੂੰ ਕਹਿੰਦੇ, ਕਰਨਲ ਸਾਹਿਬ ਇੱਕ, ਮੈਂ ਉਦੋਂ ਉਸ ਵੇਲੇ ਕਰਨਲ ਸੀਗਾ, ਕਰਨਲ ਸਾਹਿਬ ਇੱਕ ਗੱਲ ਕਰਨੀ ਹੈ ਜੇ ਤੁਸੀਂ ਬੁਰਾ ਨਾ ਮੰਨੋ। ਤਾਂ ਮੈਂ ਕਿਹਾ ਦੱਸੋ। ਕਹਿੰਦੇ ਜੀ, ਜੋ ਅਸੀਂ ਦੇਖਿਆ ਸਵੇਰ ਤੋਂ ਉੱਥੇ ਦਰਬਾਰ ਸਾਹਿਬ ਦੇ ਵਿੱਚ ਜਵਾਨ ਲੋਕ ਥੋੜ੍ਹਾ ਬਹੁਤ ਇੱਧਰੋਂ ਉੱਧਰੋਂ ਚੀਜ਼ਾਂ ਚੁੱਕਣ ਲੱਗ ਪਏ ਨੇ, ਔਰ ਜਿੱਥੇ ਨਹੀਂ ਜਾਣਾ ਚਾਹੀਦਾ ਉੱਥੇ ਜਾ ਰਹੇ ਨੇ। ਤੇ ਹੋ ਸਕਦਾ ਹੈ ਹੁਣ ਤੱਕ ਤੋਸ਼ਾਖਾਨਾ ਵੀ ਪਹੁੰਚ ਗਏ ਹੁਣ, ਨਹੀਂ ਤੇ ਪਹੁੰਚ ਜਾਣ, ਬਹੁਤ ਜਲਦੀ ਪਹੁੰਚ ਜਾਣਗੇ। ਤੋ ਮੈਂ ਉਸੇ ਵੇਲੇ ਮੈਂ ਕਿਹਾ ਚਲੋ ਮੇਰੇ ਨਾਲ ਬੈਠੋ। ਉਸੇ ਵੇਲੇ ਜੀਪ ਫੜੀ। ਮੈਂ ਇਹਨਾਂ ਨੂੰ ਕੋਈ ਹੱਥਕੜੀਆਂ ਨਹੀਂ ਲਾਇਆ, ਮੈਂ ਕੋਈ ਹਥਿਆਰ ਨਹੀਂ ਲਿਆ ਆਪਣੇ ਨਾਲ। ਮੈਨੂੰ ਇੰਨਾ ਕੋਈ ਯਕੀਨ ਸੀ ਕਿ ਮੈਂ ਕਿ ਕਿੱਥੇ ਭੱਜ ਜਾਣਗੇ, ਕੌਣ ਚਲੇ, ਕਿਉਂਕਿ ਸਖਤੀ ਹੁੰਦੀ ਫੌਜ ਦੇ ਵਿੱਚ, ਇੱਕ ਕੈਦੀ ਵੀ ਤੁਹਾਡਾ ਭੱਜ ਜਾਏ ਤੇ ਤੁਹਾਡਾ ਕੋਰਟ ਮਾਰਸ਼ਲ ਹੋ ਜਾਣਾ। ਮੈਂ ਕਿਹਾ ਹੁੰਦਾ ਤੇ ਹੋਣ ਦਿਓ, ਚਲੋ। ਦੋਵਾਂ ਨੂੰ ਨਾਲ ਬਿਠਾਇਆ। ਮੈਂ ਵਾਪਸ ਆਇਆ ਦਰਬਾਰ ਸਾਹਿਬ ਤੇ ਮੈਂ ਇਹਨਾਂ ਨੂੰ ਕਿਹਾ ਤੇ ਦੱਸੋ ਕਿੱਥੇ ਹੈ ਤੋਸ਼ਾਖਾਨਾ। ਹਾਲਾਂਕਿ ਮੈਂ ਤੋਸ਼ਾਖਾਨਾ ਵੇਖਿਆ ਸੀ ਪਹਿਲਾਂ, ਕੁਛ ਮਹੀਨੇ ਪਹਿਲਾਂ ਵੇਖਿਆ ਸੀ। ਤੋ ਅਸੀਂ ਉੱਧਰ ਨੂੰ ਵਧੇ। ਉਸ ਵੇਲੇ ਤੱਕ ਅਕਾਲ ਤਖਤ ਔਰ ਦਰਸ਼ਨੀ ਡਿਊਟੀ ਉੱਥੇ ਕੋਈ ਫਾਇਰਿੰਗ ਨਹੀਂ ਸੀ ਹੋ ਰਹੀ, ਪਰ ਥੋੜ੍ਹੀਆਂ ਬਹੁਤ ਅੱਗਾਂ ਲੱਗੀਆਂ ਸੀ ਅਕਾਲ ਤਖਤ ਦੇ ਵਿੱਚ, ਤੇ ਮਲਬਾ ਜਲ ਰਿਹਾ ਸੀ। ਤੋ ਇਹਨਾਂ ਨੇ ਮੈਨੂੰ ਕਿਹਾ ਕਿ ਚਲੋ ਆਪਾਂ, ਮੈਂ ਕਿਹਾ ਚਲੋ ਤੋਸ਼ਾਖਾਨੇ ਚੱਲਦੇ ਆ। ਰਸਤੇ ਦੇ ਵਿੱਚ ਆਉਂਦਿਆਂ ਇਹਨਾਂ ਨੇ ਮੈਨੂੰ ਸਮਝਾਇਆ ਕਿ ਤੋਸ਼ਾਖਾਨੇ ਨੂੰ ਬੰਦ ਕਰਨ ਦਾ ਜਾਂ ਖੋਲ੍ਹਣ ਦਾ ਸਿਸਟਮ ਕੀ ਹੈ। 4 ਚਾਬੀਆਂ ਹੁੰਦੀਆਂ ਨੇ, 4 ਅਲੱਗ ਸਿੰਘ ਨੇ ਜਿਨ੍ਹਾਂ ਦੇ ਹੀ ਜ਼ਿੰਮੇਵਾਰੀ ਦਿੱਤੀ ਹੈ। ਉਹ 4 ਜਣੇ ਇਕੱਠੇ ਹੋਣ, ਅਲੱਗ-ਅਲੱਗ ਜਗ੍ਹਾ ਰਹਿੰਦੇ ਨੇ, ਇੱਕ ਜਗ੍ਹਾ ਨਹੀਂ ਰਹਿੰਦੇ। 4 ਜਣੇ ਇਕੱਠੇ ਹੋਣ ਤੇ ਤਾਂ ਚਾਬੀ ਲਾ ਕੇ ਤੋਸ਼ਾਖਾਨਾ ਖੋਲ ਸਕਦੇ ਨੇ। ਤੋ ਮੈਂ ਉਹਨਾਂ ਨੂੰ ਕਿਹਾ ਵੀ ਉਹ ਚਾਬੀਆਂ ਇਸ ਵੇਲੇ ਕਿੱਥੋਂ ਮਿਲਣਗੀਆਂ। ਉਹ ਕਹਿੰਦੇ ਹੁਣ ਤੇ ਇਸ ਵੇਲੇ ਤੇ ਸਾਨੂੰ ਕੋਈ ਪਤਾ ਨਹੀਂ ਕੌਣ ਸਿੰਘ ਨੇ, ਕਿੱਥੇ ਨੇ ਤੇ ਕਿਹਨੂੰ ਲੱਭਦੇ ਫਿਰਾਂਗੇ। ਮੈਂ ਕਿਹਾ ਛੱਡੋ, ਫਿਰ ਉਹਨਾਂ ਨੂੰ ਲੱਭਦੇ ਆਪਾਂ ਟਾਈਮ ਨਹੀਂ ਵੇਸਟ ਕਰਨਾ, ਚਲੋ ਤੋਸ਼ਾਖਾਨਾ ਚੱਲੀਏ। ਸਿੱਧਾ ਗਏ ਤੇ ਜਦੋਂ ਵੇਖਿਆ ਤੇ ਜਿਹੜਾ ਦਰਵਾਜ਼ੇ ਨੂੰ ਚਾਬੀਆਂ ਲਾਉਣੀਆਂ, ਉਦੋਂ ਤੇ ਦਰਵਾਜ਼ਾ ਹੀ ਟੁੱਟਾ ਪਿਆ ਸੀ, ਉਹ ਥੱਲੇ ਡਿੱਗਾ ਪਿਆ ਸੀ। ਉੱਤੇ ਚੜ੍ਹ ਕੇ ਵੇਖਿਆ ਤੇ ਉਹਨਾਂ ਨੇ ਮੈਨੂੰ ਦੱਸਿਆ ਜੀ ਇਹ ਅੱਗੇ ਦਰਵਾਜ਼ਾ, ਇਹਦੇ ਵਿੱਚ 4 ਚਾਬੀਆਂ ਲੱਗਦੀਆਂ ਸੀ। ਤੋਪਾਂ ਦੇ ਗੋਲਿਆਂ ਦੇ ਨਾਲ, ਕੁਝ ਤੋਪਾਂ ਦੇ ਗੋਲੇ ਜਿਹੜੀ ਦਰਸ਼ਨੀ ਡਿਊਟੀ ਦੇ ਵਿੱਚੋਂ ਦੇ ਵੀ ਲੰਘੇ ਸੀ। ਤੇ ਉੱਥੇ ਜਿਹੜੀ ਨਿਜ਼ਾਮ ਹੈਦਰਾਬਾਦ ਦੀ ਦਿੱਤੀ ਹੋਈ, ਭੇਟ ਕੀਤੀ ਹੋਈ ਚਾਨਣੀ, ਉਹ ਵੀ ਜਲੀ ਪਈ ਸੀ, ਉਹਦੀ ਸੁਆਹ ਪਈ ਸੀ ਉੱਥੇ। ਤੇ ਜਿਹੜੇ 4 ਦਰਵਾਜ਼ੇ ਸੀ ਸੋਨੇ ਦੇ, ਚਾਰੋਂ ਪਾਸੇ ਜਿਹੜੇ ਲਗਾਣੇ ਸੀ ਕਿਸੇ ਜ਼ਮਾਨੇ 'ਚ ਲੱਗੇ ਨਹੀਂ ਸੀ, ਉਹਨਾਂ ਦੇ ਉੱਤੇ ਸੋਨੇ ਦਾ ਕੰਮ ਹੋਇਆ ਸੀ, ਉਹ ਵੀ ਝੁਲਸੇ ਪਏ ਸੀ। ਤੇ ਤੋਸ਼ਾਖਾਨਾ ਦੇ ਜਿਹੜੇ ਇਹ ਦਰਵਾਜ਼ਾ ਤੇ ਡਿੱਗਿਆ ਪਿਆ ਸੀ, ਉਹ ਕਮਰੇ ਨੂੰ ਅੱਗ ਲੱਗੀ ਸੀ।
ਤੇ ਉਸ ਦੇ ਪਿੱਛੇ ਸ਼ਟਰ ਜਿਹੜੇ ਹੁੰਦੇ ਨੇ, ਜਿਵੇਂ ਆਪਾਂ ਗਰਾਜ ਬਣਾਉਂਦੇ ਹਾਂ ਘਰ ਦੇ ਵਿੱਚ, ਸ਼ਟਰ ਜਿਹੜਾ ਖਿੱਚ ਕੇ ਥੱਲੇ ਕਰ ਲਓ, ਖਿੱਚ ਕੇ ਉੱਪਰ ਕਰ ਲਓ, ਇਹੋ ਜਿਹੇ 3 ਸ਼ਟਰ ਸੀ। ਹਰ ਇੱਕ ਸ਼ਟਰ ਨੂੰ ਦੋਨੋਂ ਪਾਸੇ, ਇੱਕ ਥੱਲੇ ਦੇ ਪਾਸੇ ਇੱਕ ਇੱਕ ਤਾਲਾ ਸੀ, 6 ਤਾਲੇ ਲੱਗੇ ਸੀ। ਤੇ ਉਹਨਾਂ ਨੇ ਮੈਨੂੰ ਦਿਖਾਇਆ, ਭਾਨ ਸਿੰਘ ਅਬਰਾਸ਼ੀ ਸਿੰਘ ਨੇ, ਵੀ ਆਹ ਤਾਲੇ ਪਹਿਲਾਂ ਤੇ ਬਾਹਰਲੇ ਦਰਵਾਜ਼ੇ ਦਾ ਤਾਲਾ ਖੋਲ੍ਹਣਾ ਪੈਂਦੇ 4 ਚਾਬੀਆਂ ਨਾਲ, ਫਿਰ ਆਹ ਤਾਲੇ ਖੋਲ੍ਹਣੇ ਪੈਂਦੇ ਨੇ, ਤੇ ਫਿਰ ਇਹ ਸ਼ਟਰ ਚੁੱਕ ਕੇ ਤੇ ਅੰਦਰੋਂ ਤੋਸ਼ਾਖਾਨਾ ਵੇਖੀਦਾ ਅੰਦਰ ਕੀ ਹੈ। ਤੋ ਮੈਂ ਕਿਹਾ ਵੀ ਇਹ ਚਾਬੀਆਂ ਤੇ ਸਾਡੇ ਕੋਲ ਹੈ ਨਹੀਂ, ਤੇ ਇਸ ਵੇਲੇ ਅਸੀਂ ਸ਼ਟਰ ਸਾਨੂੰ ਤੋੜਨਾ ਵੀ ਨਹੀਂ ਚਾਹੀਦਾ, ਤੇ ਜਿਸ ਤਰ੍ਹਾਂ ਲੱਗੇ ਨੇ ਤਾਲੇ ਲੱਗੇ ਰਹਿਣ ਦਿਓ। ਤੇ ਉਹ ਅਸੀਂ ਦੇਖਿਆ ਕਿ ਸ਼ਟਰਾਂ ਦੇ ਵਿੱਚੋਂ, ਜਿਹੜੇ ਟੀਨ ਦੇ ਸ਼ਟਰ ਸੀ, ਉਹਨਾਂ ਦੇ ਵਿੱਚੋਂ ਕੁਝ ਗੋਲੀਆਂ ਨਿਕਲੀਆਂ ਸੀ, ਕੁਝ ਬੈਨਟ ਸੰਗੀਨਾਂ ਦੇ ਨਿਸ਼ਾਨ ਵੀ ਸੀ। ਤੇ ਹੋ ਸਕਦਾ ਜਵਾਨ ਆਏ ਤੇ ਸੰਗੀਨ ਮਾਰ ਕੇ ਜਾਂ ਗੋਲੀ ਮਾਰ ਕੇ ਉਹਨਾਂ ਨੇ ਕਿਹਾ ਕਿ ਜੇ ਕੋਈ ਪਿੱਛੇ ਅੱਤਵਾਦੀ ਹੋਵੇ ਤੇ ਆਪੇ ਉਹ ਖਤਮ ਹੋ ਜਾਏਗਾ, ਇਸ ਕਰਕੇ ਉਹਨਾਂ ਨੇ ਉੱਥੇ ਮਾਰਿਆ ਸੀ। ਕਿਸੇ ਨੇ ਤੋੜਨ ਦੀ ਕੋਸ਼ਿਸ਼ ਕੀਤੀ। ਬ੍ਰਿਗੇਡੀਅਰ ਸਾਹਿਬ, ਸਰ ਸਮਾਂ ਵੀ ਘੱਟ ਹੈ, ਤੁਸੀਂ ਜਿਹੜਾ ਗੱਲ ਕਰ ਰਹੇ ਹੋ ਕਿ ਇੱਦਾਂ ਸਕੀਨ ਮਾਰ ਕੇ ਦੇਖੇਗਾ, ਕਿਤੇ ਇਹ ਵੀ ਗੱਲ ਆਉਂਦੀ ਹੈ ਕਿ ਉਸ ਵੇਲੇ ਦੇਖੋ, ਜਦੋਂ ਆਪਾਂ ਇਹ ਨਹੀਂ ਕਹਿੰਦਾ ਕਿ ਮੈਂ ਸਮੁੱਚੀ ਫੌਜ ਦੇ ਮੈਂ ਕਰੈਕਟਰ 'ਤੇ ਕੋਈ ਕਮੈਂਟਸ ਕਰ ਰਿਹਾ, ਪਰ ਕਈ ਵਾਰੀ ਜਦੋਂ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਹੈ, ਉੱਥੇ ਲੁੱਟ ਪੱਟ ਦਾ ਮਾਹੌਲ ਵੀ ਬਣ ਜਾਂਦਾ ਕਿ ਜਿਹਦੇ ਜੋ ਹੱਥ ਲੱਗ ਗਿਆ ਉਹ ਲੁੱਟ ਕੇ ਲੈ ਜਾਓ, ਲੈ ਕੇ ਚਲੇ ਜਾਓ। ਸ਼ਾਇਦ ਇੱਦਾਂ ਦਾ ਵੀ ਕੁਝ ਮਾਹੌਲ ਬਣ ਗਿਆ ਸੀ ਉਸ ਮੌਕੇ ਦੇ ਉੱਤੇ ਕਿ ਚਲੋ ਜੋ ਕੋਈ ਲੁੱਟ ਦਾ ਸਮਾਨ ਮਿਲਦਾ ਲੁੱਟ ਕੇ ਲੈ ਜਾਓ, ਕਿਉਂਕਿ ਕੋਈ ਰੋਕਦਾ ਰਿਹਾ ਨਹੀਂ ਸੀ। ਜੀ ਸਿੱਧੂ ਸਾਹਿਬ ਮੈਂ ਇੱਕ ਗੱਲ ਕਰਨੀ ਚਾਹੁੰਦਾ ਜ਼ਰੂਰ। ਸਿੱਧੂ ਸਾਹਿਬ ਹਰ ਸਾਲ ਸਾਡੇ ਆਪਾਂ ਕਿਸੇ ਫੇਰ ਮੌਕੇ ਤੇ ਕਰਾਂਗੇ, ਸਮਾਂ ਨਹੀਂ ਜੀ। ਭੋਮਾ ਸਾਹਿਬ, ਅੱਛਾ ਸਿੱਧੂ ਸਾਹਿਬ ਇੱਕ ਗੱਲ ਮੈਂ ਜ਼ਰੂਰ ਕਰਨੀ ਚਾਹੁੰਦਾ, ਉਹ ਇਹ ਆ ਵੀ ਹਰ ਸਾਲ ਸਾਡੇ ਅੱਲੇ ਜ਼ਖਮਾਂ ਨੂੰ ਛੇੜਿਆ ਜਾਂਦਾ ਵਾ। ਕਦੇ ਕੋਈ ਸ਼ਿਵ ਸੈਨਾ, ਕਦੇ ਹਿੰਦੂ ਸੁਰੱਖਿਆ ਸੰਮਤੀ, ਕਦੇ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਕੱਟੜ ਹਿੰਦੂ ਜਥੇਬੰਦੀਆਂ, ਇਹ ਸਾਡੇ ਅੱਲੇ ਜ਼ਖਮਾਂ ਨੂੰ ਹਰ ਸਾਲ ਛੇੜਦੀਆਂ ਨੇ। ਵੇਖੋ ਇੰਦਰਾ ਗਾਂਧੀ ਦੀ ਇਹ ਹਰ ਸਾਲ ਬਰਸੀ ਮਨਾਉਂਦੇ ਆ, ਸਿੱਖਾਂ ਨੇ ਕਦੇ ਕੋਈ ਕਿੰਤੂ ਪਰੰਤੂ ਨਹੀਂ ਕੀਤਾ। ਪਰ ਜਦੋਂ ਅਸੀਂ ਤੀਜਾ ਘੱਲੂਘਾਰਾ ਦੀ ਆਪਾਂ ਸਮਾਗਮ ਧਾਰਮਿਕ ਤੌਰ ਤੇ ਜਿਹੜਾ ਵਾ ਗੁਰਪੁਰਬ ਮਨਾਉਂਦੇ ਆ, ਤੇ ਸਾਡੇ ਅੱਲੇ ਜ਼ਖਮਾਂ ਨੂੰ ਇਹ ਲੋਕ ਜਿਹੜਾ ਵਾ ਛੇੜਦੇ ਆ। ਵੇਖੋ ਅਹਿਮ ਸਵਾਲ ਆ, ਆਪਾਂ ਕਿਤੇ ਕਿ ਮਿਹਰਬਾਨੀ, ਆਪਾਂ ਸਮਾਂ ਮੈਨੂੰ ਇਜਾਜ਼ਤ ਨਹੀਂ ਦੇ ਰਿਹਾ, ਮਜਬੂਰੀ ਹੈ, ਕਿਸੇ ਫੇਰ ਹੋਰ ਮੌਕੇ ਤੇ ਲਵਾਂਗੇ। ਬ੍ਰਿਗੇਡੀਅਰ ਸਾਹਿਬ ਤੁਸੀਂ ਪਲੀਜ਼ ਆਪਣੇ ਕਮੈਂਟਸ ਜਿਹੜੇ ਗਏ ਉਹਨੂੰ ਮੁਕੰਮਲ ਕਰੋ, ਕਨਕਲੂਡ ਕਰੋ ਪਲੀਜ਼। ਹਾਂਜੀ, ਤੋਸ਼ਾਖਾਨੇ ਦੇ ਬਾਰੇ ਤੇ ਭਾਨ ਸਿੰਘ ਅਬਰਾਸ਼ੀ ਸਿੰਘ ਨੇ ਮੈਨੂੰ ਕਿਹਾ ਕਿ ਮਹਿਫੂਜ਼ ਰਹਿ ਗਿਆ ਜਾਂ ਲੁੱਟਿਆ ਗਿਆ? ਨਹੀਂ, ਲੁੱਟਿਆ ਨਹੀਂ ਗਿਆ, ਮਹਿਫੂਜ਼ ਰਹਿ ਗਿਆ, ਮਹਿਫੂਜ਼ ਸੀਗਾ। ਉਹਨਾਂ ਨੇ ਆਪ, ਮੈਂ ਕਿਹਾ ਵੀ ਤੁਸੀਂ ਦੱਸੋ ਹੁਣ ਕੀ ਕਰੀਏ? ਉਹਨਾਂ ਨੇ ਕਿਹਾ ਜੀ ਇਹ 6 ਦੇ 6 ਤਾਲੇ ਲੱਗੇ ਨੇ, ਇਹਨਾਂ ਨੂੰ ਛੇੜਨ ਦੀ ਕੋਈ ਲੋੜ ਨਹੀਂ, ਇਸੇ ਤਰ੍ਹਾਂ ਰਹਿਣ ਦਿਓ, ਪਰ ਇੱਥੇ ਗਾਰਡ ਲਗਾ ਦਿਓ। ਇੱਥੇ ਕੋਈ ਪਤਾ ਨਹੀਂ ਕਦੋਂ ਤੱਕ ਇਹ ਠੀਕ ਠਾਕ ਰਵੇ। ਉਸ ਵੇਲੇ ਮੈਂ ਕਰਨਲ ਡੀ ਸਿੰਘ 2 ਸਿੱਖ ਅਲਾਈ ਬਟਾਲੀਅਨ ਹੈ ਉੱਥੇ ਅੰਮ੍ਰਿਤਸਰ ਸੀਗੇ, ਇੱਕੋ ਸਿੱਖ ਬਟਾਲੀਅਨ ਸੀ। ਉਹਦੇ CEO ਨੂੰ ਮੈਂ ਫੋਨ ਕੀਤਾ, ਮੈਂ ਕਿਹਾ ਬਈ ਡੀ ਮੈਨੂੰ ਇੱਕ ਸੈਕਸ਼ਨ ਦੇ ਸਿੱਖ ਜਵਾਨਾਂ ਦਾ ਤੇ ਇੱਕ ਸਿੱਖ JCO, ਤੇ ਮੈਂ ਹੁਣ ਕਹਿਣਾ ਤਾਂ ਨਹੀਂ ਚਾਹੀਦਾ, ਪਰ ਮੈਨੂੰ ਭਰੋਸਾ ਨਹੀਂ ਸੀ ਕਿ ਦੂਜਾ ਕੋਈ ਬੰਦਾ ਇਹ ਕੰਮ ਕਰ ਸਕਦਾ ਹੈ। ਤੋ ਮੈਂ ਚਾਹੁੰਦਾ ਸੀ ਕਿ ਸਿੱਖ ਜਵਾਨਾਂ ਦੀ ਗਾਰਡ ਹੋਵੇ ਇੱਥੇ, ਤੇ ਸਿੱਖ ਹੀ JCO ਹੋਵੇ, ਤੇ ਇਹ ਸਿੱਖ ਕੌਮ ਦੀ ਜਿਹੜੀ ਹੈ ਇਹ ਵਿਰਾਸਤ ਹੈ, ਇਹਨੂੰ ਉਹੀ ਰਾਖੀ ਕਰ ਸਕਦੇ ਨੇ, ਬਾਕੀਆਂ ਨੂੰ ਕੋਈ ਪਤਾ ਨਹੀਂ ਕਿ ਇਹਦੀ ਕੀ ਕੀਮਤ ਹੈ। ਤੇ ਇਹ ਨਾ ਹੋਵੇ ਕਿ ਇਹ ਜਿਹੜੀ ਹੈ ਸਾਡੀ ਜਾਇਦਾਦ ਬਹੁਤ। ਤੋ ਉਹਨੇ ਅੱਧੇ ਘੰਟੇ ਦੇ ਅੰਦਰ ਅੰਦਰ ਮੇਰੇ ਕੋਲ 10 ਜਵਾਨ ਭੇਜ ਦਿੱਤੇ। ਉਹਨਾਂ ਨੂੰ ਮੈਂ ਉੱਥੇ ਖੜਾ ਕੀਤਾ। ਇੱਕ ਜਵਾਨ ਨੂੰ ਮੈਂ ਕਿਹਾ ਤੂੰ ਆਪਣੀ ਰਾਈਫਲ ਦੇ ਵਿੱਚ ਗੋਲੀ ਚੈਂਬਰ ਦੇ ਵਿੱਚ ਪਾ ਕੇ ਰੱਖ, ਤੇ 2 ਥੱਲੇ ਇੱਕ ਥੱਲੇ ਖੜੇ ਕੀਤਾ। ਪੌੜੀਆਂ ਬਹੁਤ ਤੰਗ ਨੇ, ਤੁਹਾਨੂੰ ਪਤਾ ਹੀ ਹੈ ਉੱਤੇ ਤੋਸ਼ਾਖਾਨਾ ਜਾਣ ਨੂੰ। ਤੇ ਮੈਂ ਕਿਹਾ ਉੱਤੇ ਕੋਈ ਨਹੀਂ ਚੜੇਗਾ। JCO ਨੂੰ ਉੱਥੇ ਬਿਠਾਇਆ, ਉਹਨੂੰ ਹਦਾਇਤ ਕੀਤੀ ਕਿ ਮੇਰੀ ਜ਼ਿੰਮੇਵਾਰੀ ਹੈ, ਜੇ ਕੋਈ ਉੱਤੇ ਧੱਕੇ ਨਾਲ ਚੜ੍ਹਨ ਵਾਸਤੇ ਜਾਂ ਉਂਝ ਕੋਈ ਅਫਸਰ ਵੀ ਹੋਵੇ ਤੇ ਕਿਸੇ ਨੂੰ ਉੱਤੇ ਨਹੀਂ ਜਾਣ ਦੇਣਾ। ਜੇ ਕੋਈ ਧੱਕੋਦੋਰੀ ਕਰੇ ਤਾਂ ਤੁਸੀਂ ਬੇਸ਼ੱਕ ਗੋਲੀ ਚਲਾ ਦਿਓ, ਤੇ ਮੈਂ ਜ਼ਿੰਮੇਵਾਰ ਹਾਂ। ਉੱਥੇ ਮੈਂ ਗਾਰਡ ਲਗਾਈ, ਤੇ ਫਿਰ ਮੈਂ ਜਾ ਕੇ ਆਪਣੇ ਜਨਰਲ ਸਾਹਿਬ ਨੂੰ ਦੱਸਿਆ, ਮੈਂ ਕਿਹਾ ਇਹ ਕੰਮ ਕੀਤਾ। ਮੈਂ ਕਹਿੰਦਾ ਬਿਲਕੁਲ ਠੀਕ ਕੀਤਾ ਹੈ। ਉਸੇ ਦਿਨ ਫਿਰ ਜਾ ਕੇ ਮੈਂ ਉੱਥੇ ਜਿਹੜੀ ਸੀਲ ਹੁੰਦੀ ਹੈ, ਜਿਹਨੂੰ ਕਹਿੰਦੇ ਲਾਖ ਦੀ ਸੀਲ ਹੁੰਦੀ ਹੈ ਨਾ, ਮੋਹਰਾਂ, ਉਹ ਲਾਤੀਆਂ ਤਾਲਿਆਂ ਦੇ ਉੱਤੇ। ਮੈਂ ਕਿਹਾ ਕੋਈ ਤੋੜੇ ਲਾ। ਤੋਂ ਬਾਅਦ ਦੇ ਵਿੱਚ ਮੈਂ ਇੱਕ ਬੋਰਡ, ਥੈਂਕ ਯੂ ਵੈਰੀ ਮਚ
ਜੀ ਹਾਂਜੀ, ਥੈਂਕ ਯੂ ਬਹੁਤ ਜ਼ਰੂਰੀ ਬ੍ਰਿਗੇਡੀਅਰ ਕੀਤਾ ਸਾਹਿਬ ਜਿਹਦੇ ਵਿੱਚ ਜਿਹੜਾ ਹੈਗਾ ਤੁਸੀਂ ਜਾਣਕਾਰੀ ਅਕਸਰ ਦਿੱਤੀ ਦੋ- ਬਹੁਤ ਬਹੁਤ ਧੰਨਵਾਦ ਪੁੰਮਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਇਹਨਾਂ ਅਹਿਮ ਤੇ ਨਾਜ਼ੁਕ ਮੁੱਦਿਆਂ ਤੇ ਤੁਸੀਂ ਸਾਡੇ ਨਾਲ ਜੁੜੇ ਦੁਨੀਆ ਭਰ 'ਚ ਬੈਠੇ ਸਿੱਖਾਂ ਨੂੰ ਦਿੱਤੀ ਜਾਣਕਾਰੀ ਮੈਂ ਆਪਣੇ ਚੈਨਲ ਵੱਲੋਂ ਆਪਣੇ ਦਰਸ਼ਕਾਂ ਵੱਲੋਂ ਸਾਰਿਆਂ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਿੱਧੂ ਸਾਹਿਬ ਗਲੋਬਲ ਪੰਜਾਬ ਦਾ ਵੀ ਜੀ ਬ੍ਰਿਗੇਡੀਅਰ ਗੁਰਾਇਆ ਤੇ ਮਨਜੀਤ ਸਿੰਘ ਭੁੰਮਾ ਦਾ ਇਹਨਾਂ ਮੁੱਦਿਆਂ ਤੇ ਆਉਣ ਦੇ ਲਈ ਧੰਨਵਾਦ ਕਹਿੰਦੇ ਨੇ ਕਿ ਤਵਾਰੀਖ ਇਸ ਗੱਲ ਦੀ ਗਵਾਹ ਹੈ ਨਾ ਕਦੇ ਪਾਪ ਬਖਸ਼ਿਆ ਜਾ ਸਕਦਾ ਹੈ ਤੇ ਨਾ ਪਾਪੀ ਬਖਸ਼ੇ ਜਾ ਸਕਦੇ ਹੈ ਸਮੇਂ ਦੀ ਸਰਕਾਰ ਵੇਲੇ ਜਿਹੜਾ ਵੱਡਾ ਬੱਜਰ ਗੁਨਾਹ ਹੋਇਆ ਉਸ ਨੂੰ ਕਦੇ ਵੀ ਬਖਸ਼ਿਆ ਨਹੀਂ ਜਾ ਸਕਦਾ ਤੇ ਨਾ ਹੀ ਇਸ ਗੁਨਾਹ ਲਈ ਜਿਨ੍ਹਾਂ ਲੋਕਾਂ ਨੇ ਹੱਲਾਸ਼ੇਰੀ ਦਿੱਤੀ ਉਹਨਾਂ ਨੂੰ ਬਖਸ਼ਿਆ ਜਾ ਸਕਦਾ ਹੈ ਖਾਸ ਤੌਰ ਤੇ ਉਸ ਸਮੇਂ ਵਿੱਚ ਜਦੋਂ ਆਪਣੇ ਹੀ ਦੇਸ਼ ਦੀ ਫੌਜ ਨੇ ਉਸ ਸੰਸਥਾ ਦੀਆਂ ਉਸ ਭਾਈਚਾਰੇ ਦੀਆਂ ਜੜ੍ਹਾਂ ਪੁੱਟਣ ਦੀ ਕੋਸ਼ਿਸ਼ ਕੀਤੀ ਜਿਸ ਭਾਈਚਾਰੇ ਨੇ ਇਸ ਦੇਸ਼ ਦੇ ਅੰਦਰ ਮੁਗਲ ਸਲਤਨਤ ਦੀਆਂ ਜੜ੍ਹਾਂ ਪੁੱਟਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ ਇਹ ਤੋਂ ਵੀ ਵੱਡੀ ਗੱਲ ਇਹ ਸਾਰਾ ਵਰਤਾਰਾ ਉਸ ਵੇਲੇ ਵਾਪਰਿਆ ਜਦੋਂ ਫੌਜ ਦੇ ਮੁਖੀ ਅਤੇ ਰਾਸ਼ਟਰਪਤੀ ਇੱਕ ਸਿੱਖ ਸਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।